तू ठाकुर उच भगवाना। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। गुर कर सच विचार, गुर कर सच विचार, गुरु कर रे मन मेरे। गुर कर शब्द सपुन, अगन कट हैं सब तेरे। बंदना हर बंदना, गुण गावो गोपाल राय। गुण गावो गोपाल राय। वड्डा भाग पेटे गुरदेवा, कोट अपराध मिटे हर सेवा। चरण कमल जाका मन रापै, सोग अगन तिस जाना व्यापै। सागर तरया साधु संगे, निर्भव नाम जपो हर रंगे। तृष्णा अगन प्रभ आप बुझाई, नानक उतरे प्रभ शरणाई। मेरी नमस्कार तेरिया चरना ते, दंडावत बंदन अनक बार। सर्व कला समरथ, डोलन ते रखो प्रभु। नानक दे कर हाथ, मेरी नमस्कार तेरिया चरना ते। गरीबां नूं निवाजण वालिया, मेरी नमस्कार तेरिया चरना ते। गरीबां नूं निवाजण वालिया, मेरी नमस्कार तेरिया चरना ते। गरीबां नूं निवाजण वालिया, मेरी नमस्कार तेरिया चरना ते। गरीबां नूं निवाजण वालिया, मेरी नमस्कार तेरिया चरना ते। गरीबां नूं निवाजण वालिया, मेरी नमस्कार तेरिया चरना ते। गरीबां नूं निवाजण वालिया। पुत्रां दे जी दानिया गुरा, पुत्रां दे जी दानिया गुरा। पुत्रां दे जी दानिया गुरा, पुत्रां दे जी दानिया गुरा। पुत्रां दे जी दानिया गुरा, पुत्रां दे जी दानिया गुरा। पुत्रां दे जी दानिया गुरा,
ਪੁੱਤਰਾਂ ਦੇ ਜੀ ਦਾਨੀਆਂ ਗੁਰਾ। 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 ਮੇਰੀ ਨਮਸਕਾਰ ਤੇਰੀਆਂ ਚਰਨਾਂ ਤੇ ਪੁੱਤਰਾਂ ਦੇ ਦਾਨੀਆਂ ਗੁਰਾ। ਮੇਰੀ ਨਮਸਕਾਰ ਤੇਰੀਆਂ ਚਰਨਾਂ ਤੇ ਪੁੱਤਰਾਂ ਦੇ ਦਾਨੀਆਂ ਗੁਰਾ। ਮੇਰੀ ਨਮਸਕਾਰ ਤੇਰਿਆਂ ਚਰਨਾਂ ਤੇ ਪੁੱਤਰਾਂ ਦੇ ਦਾਨੀਆਂ ਗੁਰਾ। ਓ ਮੇਰੀ ਨਮਸਕਾਰ ਤੇਰਿਆਂ ਚਰਨਾਂ ਤੇ ਪੁੱਤਰਾਂ ਦੇ ਦਾਨੀਆਂ ਗੁਰਾ। ਡੰਡਾਉਤ ਬੰਦਨ ਅਨਕਵਾ ਸਰਬ ਕਲਾ ਸਮਰਾਟ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਾਥ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਵੱਡੇ ਭਾਗ ਹਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੇ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਰਗਾਹ ਦੇ ਵਿੱਚ ਜੁੜਨ ਦਾ, ਸਤ ਸੰਗਤ ਕਰਨ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਆਪਾਂ ਰਾਤਰੀ ਦੇ ਚੌਥੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਸਾਰੇ ਹਾਜ਼ਰ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ, ਰਹਿਮਤ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਪ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਰ ਰੋਜ਼ ਦੀ ਤਰ੍ਹਾਂ ਪਹੁੰਚਦੇ ਹੋ, ਹਰ ਰੋਜ਼ ਹਾਜ਼ਰੀਆਂ ਭਰਦੇ ਹੋ। ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਰੇ ਰਲ ਮਿਲ ਕਰਕੇ ਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹਾਂ, ਧੰਨਤਾ ਦੇ ਯੋਗ ਹਾਂ। ਆਓ ਸਭਨਾ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਪਸ ਵਿੱਚ ਪਾਓ ਗੁਰਫਤਿਹ ਦੀ ਸਾਂਝ। ਪ੍ਰੇਮ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਸਤਨਾਮ ਵਾਹਿਗੁਰੂ ਜਪਦਾ ਤਨ ਹੈ ਮੁਕੜਾ, ਤਨ ਹੈ ਮੁਕੜਾ। ਸਤਨਾਮ ਵਾਹਿਗੁਰੂ ਜਪਦਾ ਤਨ ਹੈ ਮੁਕੜਾ, ਤਨ ਹੈ ਮੁਕੜਾ। ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਹੋਈ, ਰਹਿਮਤ ਹੋਈ। ਗੁਰੂ ਚਰਨਾਂ ਦੇ ਵਿੱਚ ਤਕਰੀਬਨ ਆਪਾਂ ਸਾਰੇ ਪਹੁੰਚ ਚੁੱਕੇ ਹਾਂ। ਆਓ ਰਸਨਾ ਪਵਿੱਤਰ ਕਰੋ, ਕੋਈ ਵੀ ਰਸਨਾ ਬਾਂਝੀ ਨਾ ਰਵੇ। ਦੋਵੇਂ ਹੱਥ ਜੋੜ ਸਤਿਗੁਰੂ ਜੀ ਨੂੰ ਸੀਸ ਨਵਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਵੱਡੀ ਗਿਣਤੀ ਵਿੱਚ ਆਪ ਸਾਰੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਪਹੁੰਚੇ ਹੋ। ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਮਿਹਰ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਉਦਮ ਉਪਰਾਲਾ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦੇ ਬਖਸ਼ੇ ਉਦਮ ਦੇ ਸਦਕਾ ਆਪਾਂ ਸਾਰੇ ਰਲ ਮਿਲ ਕਰਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ। ਪਹਿਲਾਂ ਵੀ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਖੁਸ਼ੀ ਦੀ ਗੱਲ ਹੈ ਆ ਸਾਡੇ ਛੋਟੇ ਛੋਟੇ ਬੱਚੇ ਗੁਰੂ ਚਰਨਾਂ ਵਿੱਚ ਪਹੁੰਚ ਰਹੇ ਨੇ। ਸਿਰ ਉੱਤੇ ਛੋਟੀਆਂ ਛੋਟੀਆਂ ਬੱਚੀਆਂ ਨੇ ਸੀਸ ਉੱਤੇ ਦਸਤਾਰਾਂ ਸਜਾਈਆਂ ਹੋਈਆਂ, ਧੰਨਤਾ ਦੇ ਯੋਗ ਹਾਂ। ਬਹੁਤ ਚੰਗੀ ਗੱਲ ਹੈ, ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ
ਸ਼ਬਦ ਦੀ ਵਿਚਾਰ ਨਾਲ ਜੁੜ ਰਹੇ ਨੇ, ਸਤਿਗੁਰੂ ਜੀ ਦੀ ਸਿੱਖਿਆ ਨਾਲ ਜੁੜ ਰਹੇ ਨੇ। ਗੁਰਮੁਖ ਪਿਆਰਿਓ, ਸਾਡਾ ਫਰਜ਼ ਬਣਦਾ ਹੈ ਇਦਾਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜੀਏ, ਇਦਾਂ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਇਆ ਕਰੀਏ, ਤਾਂ ਕਿ ਇਹਨਾਂ ਨੂੰ ਗੁਰਬਾਣੀ ਬਾਰੇ ਪਤਾ ਲੱਗੇ, ਗੁਰ ਇਤਿਹਾਸ ਬਾਰੇ ਪਤਾ ਲੱਗੇ, ਨਿੱਕੀਆਂ ਜਿੰਦਾਂ ਵੱਡੇ ਸਾਕੇ ਕੀ ਹੋਏ, ਕਿਵੇਂ ਹੋਏ, ਇਸ ਇਤਿਹਾਸ, ਲਸਾਨੀ ਇਤਿਹਾਸ ਦਾ ਇਹਨਾਂ ਨੂੰ ਪਤਾ ਲੱਗੇ। ਤੇ ਸੰਗਤ ਜੀ, ਸਾਡੇ ਬੱਚੇ ਜਦੋਂ ਵੱਡੇ ਹੋ ਜਾਂਦੇ ਆ, ਬਚਪਨ ਵਿੱਚ ਉਹਨਾਂ ਦਾ ਅਸੀਂ ਖਿਆਲ ਨਹੀਂ ਰੱਖਦੇ, ਨਾ ਸਤ ਸੰਗਤ ਵੱਲ ਪ੍ਰੇਰਿਤ ਕਰਦੇ ਆ, ਨਾ ਗੁਰਬਾਣੀ ਨਾਲ ਜੋੜਦੇ ਆ, ਨਾ ਕੋਈ ਉਹਨਾਂ ਨੂੰ ਇਤਿਹਾਸ ਦਾ ਪਤਾ ਹੁੰਦਾ ਹੈ। ਫਿਰ ਜਦੋਂ ਵੱਡੇ ਹੋ ਜਾਂਦੇ ਆ ਤੇ ਗੁਰਮੁਖ ਪਿਆਰਿਓ, ਫਿਰ ਆਪੋ ਧਾਪ ਹੀ ਚੱਲਦੇ ਆ ਨਾ, ਮਨ ਮਰਜ਼ੀ ਕਰਦੇ ਆ। ਜਿਹੋ ਜਿਹਾ ਕੁਝ ਉਹਨਾਂ ਨੇ ਬਚਪਨ ਦੇ ਵਿੱਚ ਸਿੱਖਿਆ, ਜਿਹੋ ਜਿਹਾ ਕੁਝ ਉਹਨਾਂ ਨੇ ਬਚਪਨ ਦੇ ਵਿੱਚ ਵਿਵਹਾਰ ਉਹਨਾਂ ਦਾ ਰਿਹਾ, ਉਹੇ ਜਿਹਾ ਫਿਰ ਉਹ ਅੱਗੇ ਜਾ ਕੇ ਕਰਦੇ ਆ। ਜਦੋਂ ਅੱਗੇ ਜਾ ਕੇ ਬੱਚੇ ਸਾਡੇ ਕਈ ਨਸ਼ਿਆਂ ਵਿੱਚ ਪੈ ਜਾਂਦੇ ਆ, ਕਈ ਸਾਧ ਸੰਗਤ ਦੀ ਹੋਰ ਕਈ ਕਲਯੁਗ ਦੀਆਂ ਭਿਆਨਕ ਹਵਾਵਾਂ ਵਿੱਚ ਬਹਿ ਜਾਂਦੇ ਆ, ਫਿਰ ਅਸੀਂ ਗੁਰਮੁਖ ਪਿਆਰਿਓ ਅਰਦਾਸਾਂ ਕਰਾਉਂਦੇ ਫਿਰਦੇ ਰਹਿੰਦੇ ਹਾਂ, ਸਾਡਾ ਬੱਚਾ ਸਿੱਧੇ ਰਸਤੇ ਪੈ ਜਾਵੇ ਜੀ, ਸਾਡਾ ਬੱਚਾ ਸਿੱਧੇ ਰਸਤੇ ਪੈ ਜਾਵੇ, ਸਾਡਾ ਬੱਚਾ ਗੁਰਮਤਿ ਦਾ ਧਾਰਨੀ ਹੋ ਜਾਵੇ। ਇੰਨੀ ਕੀ ਮੰਗ ਹੈ ਪਾਤਸ਼ਾਹ ਜੀ, ਕਿਰਪਾ ਕਰ ਦਿਓ, ਅਰਦਾਸ ਕਰ ਦਿਓ। ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਆਪਾਂ ਕਹਿੰਦੇ ਆ, ਅਰਦਾਸ ਕਰੋ ਬਾਬਾ ਜੀ, ਸਾਡਾ ਬੱਚਾ ਸਿੱਧੇ ਰਸਤੇ ਪੈ ਜਾਵੇ। ਜਦੋਂ ਵੱਡਾ ਹੋਇਆ ਸਾਧ ਸੰਗਤ ਦੀ ਪੁੱਠੇ ਰਸਤੇ ਪੈਂਦਾ, ਫੇਰ ਚੀਕਾਂ ਮਾਰਦੇ ਆ। ਜਦੋਂ ਬਚਪਨ ਵਿੱਚ ਹੁੰਦਾ ਹੈ, ਉਦੋਂ ਉਹਨੂੰ ਵੇਖਦੇ ਨੇ ਵੀ ਇਹ ਬਚਪਨ ਵਿੱਚ ਕੀ ਕਰਦਾ ਹੈ। ਉਦੋਂ ਨਾ ਗੁਰੂ ਘਰ ਲੈ ਕੇ ਆਏ, ਨਾ ਉਹਨੂੰ ਸਤ ਸੰਗਤ ਨਾਲ ਜੋੜਿਆ, ਨਾ ਉਹਨੂੰ ਇਤਿਹਾਸ ਸੁਣਾਇਆ, ਨਾ ਆਪ ਜਾਣਕਾਰੀ ਪ੍ਰਾਪਤ ਕੀਤੀ, ਸਿੱਖ ਧਰਮ ਨਾਲ ਜੁੜੇ। ਤੇ ਸੰਗਤ ਜੀ, ਕਹਿਣ ਨੂੰ ਅਸੀਂ ਸਿੱਖ ਹਾਂ, ਪਰ ਜਿਨ੍ਹਾਂ ਆਪ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਧੰਨਤਾ ਦੇ ਯੋਗ ਹੋ, ਨਾਲ ਬੱਚਿਆਂ ਨੂੰ ਵੀ ਆਪਾਂ ਲਿਆਇਆ ਕਰੀਏ। ਜਿੰਨੇ ਲੈ ਕੇ ਆਏ ਹੋ ਤੁਸੀਂ ਬੜਭਾਗੇ ਹੋ। ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਨਮਸਕਾਰ ਕਰੋ, ਸਦਾ ਹੀ ਉਹਦੇ ਗੁਣ ਗਾਉਂਦੇ ਰਹੋ। ਵੱਡਾ ਭਾਗ ਭੇਟੇ ਗੁਰਦੇਵਾ। ਆ ਗੁਰੂ ਚਰਨਾਂ ਵਿੱਚ ਬੈਠਣ ਦਾ ਜਿਹੜਾ ਸਮਾਂ ਹੈ, ਐਵੇਂ ਹੀ ਪ੍ਰਾਪਤ ਨਹੀਂ ਹੁੰਦਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਇਦਾਂ ਜੇ ਅਸੀਂ ਹਰੀ ਦੀ ਸੇਵਾ, ਸੱਚੀ ਸੇਵਾ ਨਾਲ ਜੁੜ ਜਾਈਏ ਨਾ ਪਿਆਰਿਓ, ਤੇ ਸਾਡੇ ਕਰੋੜਾਂ ਪਾਪ ਬਖਸ਼ੇ ਜਾ ਸਕਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਦਾਂ ਹਰੀ ਦੀ ਸੇਵਾ, ਆ ਸੱਚੀ ਸੇਵਾ ਆਪਾਂ ਗੁਰੂ ਚਰਨਾਂ ਵਿੱਚ ਬਹਿ ਕੇ ਕਰ ਰਹੇ ਹਾਂ। ਦੇਖੋ, ਗੁਰੂ ਘਰ ਦੇ ਵਿੱਚ ਤਨ ਦੀ ਸੇਵਾ ਵੀ ਹੈ, ਧਨ ਦੀ ਸੇਵਾ ਵੀ ਹੈ, ਮਨ ਦੀ ਸੇਵਾ ਵੀ ਹੈ। ਆਪਾਂ ਗੁਰੂ ਘਰ ਵਿੱਚੋਂ ਇੱਥੋਂ ਬੇਨਤੀ ਬੋਲੀ ਸੀ ਨਾ, ਭਾਈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪ੍ਰੋਗਰਾਮ ਹੋਣਾ ਹੈ, ਤਨ ਮਨ ਧਨ ਨਾਲ ਸੇਵਾ ਕਰਿਓ। ਆਮ ਕਰਕੇ ਬੋਲੀ ਜਾਂਦੀ ਹੈ ਨਾ ਬੇਨਤੀ, ਭਾਈ ਫਲਾਣੇ ਦਿਨ ਆਹ ਪ੍ਰੋਗਰਾਮ ਹੋਣਾ ਹੈ, ਤਨ ਮਨ ਧਨ ਨਾਲ ਸੇਵਾ ਕਰਿਓ। ਇਦਾਂ ਹੀ ਆਪਾਂ ਕਹਿੰਦੇ ਆ ਨਾ। ਵੇਖੋ, ਤਨ ਦੀ ਸੇਵਾ ਇਹ ਹੋ ਗਈ, ਜਿਵੇਂ ਗੁਰੂ ਪਿਆਰੇ ਦੇਖੋ ਸੇਵਾ ਕਰਦੇ ਨੇ, ਪ੍ਰਬੰਧ ਕਰਦੇ ਨੇ, ਪ੍ਰਬੰਧਕ ਵੀਰ ਹੋ ਗਏ, ਨੌਜਵਾਨ ਵੀਰ ਹੋ ਗਏ, ਜਿਨ੍ਹਾਂ ਦਾ ਸਰੀਰ ਬਲਵਾਨ ਹੈ, ਜਾਂ ਕਹਿ ਲੋ ਸਰੀਰ ਤੰਦਰੁਸਤ ਹੈ, ਉਹ ਸਾਧ ਸੰਗਤ ਜੀ ਕੋਈ ਲੰਗਰ ਪਕਾਉਣ ਦੀ, ਕੋਈ ਲੰਗਰ ਵਰਤਾਉਣ ਦੀ, ਕੋਈ ਝਾੜੂ ਦੀ ਸੇਵਾ ਕਰ ਲੈਂਦਾ ਗੁਰੂ ਜੀ ਦੇ ਦਰ ਤੇ ਆ ਕੇ। ਕੋਈ ਲੰਗਰ ਪਕਾਉਂਦਾ, ਕੋਈ ਵਰਤਾਉਂਦਾ ਹੈ, ਕੋਈ ਸਾਧ ਸੰਗਤ ਦੀ ਤਨ ਦੇ ਨਾਲ ਜਿੱਦਾਂ ਦੀ ਕੋਈ ਸੇਵਾ ਮਿਲਦੀ ਹੈ ਉਹ ਕਰ ਲੈਂਦਾ। ਜਿਵੇਂ ਦੇਖੋ, ਗੁਰੂ ਪਿਆਰਿਆਂ ਨੇ ਆਪਾਂ ਕੀਰਤਨ ਸ਼ੁਰੂ ਕੀਤਾ ਸੀ, ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਆ ਸਪੀਕਰ ਲੋਡ ਕਰ ਰਹੇ ਸੀ ਗੁਰੂ ਪਿਆਰੇ। ਨੌਜਵਾਨ ਵੀਰ ਇੱਥੋਂ ਦੀਆਂ ਸਾਰੀਆਂ ਤਿਆਰੀਆਂ ਕਰਦੇ ਨੇ, ਸਾਧ ਸੰਗਤ ਜੀ ਇੱਥੇ ਗੁਰੂ ਘਰ ਦੀ ਸਫਾਈ ਵਗੈਰਾ ਹੋਰ ਜਿੰਨੇ ਵੀ ਪ੍ਰਬੰਧ ਨੇ। ਪਰ ਤਨ ਦੀ ਸੇਵਾ ਅਸੀਂ ਸਾਰੇ ਨਹੀਂ ਕਰ ਸਕਦੇ। ਤਨ ਦੀ ਸੇਵਾ ਉਹ ਕਰ ਸਕਦਾ ਜਿਹਦਾ ਤਨ ਤੰਦਰੁਸਤ ਹੈ। ਤਨ ਜਿਹਦਾ ਤੰਦਰੁਸਤ ਹੈ, ਉਹ ਤਨ ਦੀ ਸੇਵਾ ਕਰ ਸਕਦਾ ਹੈ। ਧਨ ਦੀ ਸੇਵਾ ਗੁਰੂ ਘਰ ਦੇ ਵਿੱਚ ਹੁੰਦੀ ਹੈ ਪਿਆਰਿਓ। ਜਿਨ੍ਹਾਂ ਨੂੰ ਮਾਇਆ ਬਖਸ਼ੀ ਹੈ ਸਤਿਗੁਰੂ ਪਰਮਾਤਮਾ ਨੇ, ਤੇ ਮਾਇਆ ਦੀ ਸੇਵਾ ਕਰਨ ਦਾ ਜਿਗਰਾ ਵੀ ਦਿੱਤਾ ਹੈ, ਅੰਦਰੋਂ ਜਜ਼ਬਾ ਵੀ ਦਿੱਤਾ ਸੇਵਾ ਦਾ।
ਉਹ ਧਨ ਦੀ ਸੇਵਾ ਕਰ ਲੈਂਦੇ ਆ, ਪਰ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਹੈ ਹੀ ਸਾਧ ਸੰਗਤ ਗੁਜ਼ਾਰੇ ਜੋਗੀ, ਉਹ ਕਰਨ ਵੀ ਕਿਵੇਂ। ਤੀਜੇ ਨੰਬਰ ਤੇ ਆ ਮਨ ਦੀ ਸੇਵਾ। ਤਨ ਦੀ ਸੇਵਾ ਵਿਰਲੇ ਵਿਰਲੇ ਕਰ ਸਕਦੇ ਆ, ਧਨ ਦੀ ਸੇਵਾ ਵਿਰਲੇ ਵਿਰਲੇ ਕਰ ਸਕਦੇ ਆ। ਪਿਆਰਿਓ, ਇੱਕ ਮਨ ਦੀ ਸੇਵਾ ਹੈ ਜਿਹੜੇ ਅਸੀਂ ਸਾਰੇ ਕਰ ਸਕਦੇ ਹਾਂ। ਮਨ ਦੀ ਸੇਵਾ, ਮਨ ਦੀ ਸੇਵਾ ਕਿਵੇਂ ਹੁੰਦੀ ਹੈ? ਮਨ ਨਾਲ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਨ ਭਾਵੇਂ ਸਾਡਾ ਕਿਸੇ ਗੱਲੋਂ ਨਕਾਰਾ ਹੈ, ਲੱਤਾਂ ਤੋਂ ਨਹੀਂ ਚੱਲਿਆ ਜਾਂਦਾ, ਪਰ ਮਨ ਤਾਂ ਕਾਇਮ ਹੈ ਨਾ। ਮਨ ਨਾਲ ਗੁਰੂ ਦੇ ਬਚਨ ਤਾਂ ਮੰਨ ਹੀ ਸਕਦੇ ਆ ਨਾ। ਧਨ ਭਾਵੇਂ ਕੋਲੇ ਹੈਗਾ ਭਾਵੇਂ ਨਹੀਂ ਹੈਗਾ, ਪਰ ਮਨ ਨਾਲ ਗੁਰੂ ਦੇ ਬਚਨ ਮੰਨ ਤਾਂ ਸਕਦੀ ਆ ਨਾ। ਗੁਰੂ ਪਿਆਰਿਓ, ਮਨ ਦੀ ਸੇਵਾ ਆਪਾਂ ਸਾਰੇ ਕਰ ਸਕਦੇ ਆ। ਤੇ ਸੰਗਤ ਜੀ, ਇੱਥੇ ਗੁਰੂ ਚਰਨਾਂ ਵਿੱਚ ਆਪ ਸਾਰੇ ਬੈਠੇ ਹੋ, ਵੱਡੇ ਭਾਗਾਂ ਵਾਲੇ ਹੋ। ਇੱਥੋਂ ਗੁਰੂ ਸ਼ਬਦ ਜਦੋਂ ਅਸੀਂ ਸਿੱਖਿਆ, ਸਤ ਸੰਗਤ ਸਤਿਗੁਰ ਚਟ ਸਾਲ ਹੈ, ਜਿਤ ਹਰ ਗੁਣ ਸਿੱਖਾ। ਇਹ ਗੁਰੂ ਦੀ ਪਾਠਸ਼ਾਲਾ। ਇੱਥੋਂ ਜਦੋਂ ਗੁਰੂ ਦੇ ਸ਼ਬਦ ਦੀ ਸਿੱਖਿਆ ਪ੍ਰਾਪਤ ਅਸੀਂ ਕਰਕੇ ਗਏ, ਤੇ ਸੰਗਤ ਜੀ, ਅਸੀਂ ਉਹਨਾਂ ਬਚਨਾਂ ਤੇ ਜਦੋਂ ਅਮਲ ਕਮਾਇਆ, ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਲਿਆ, ਸਮਝੋ ਅਸੀਂ ਮਨ ਦੀ ਸੇਵਾ ਕਰ ਲਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਸਾਡਾ ਇੱਥੇ ਬੈਠੇ ਹੋਇਆਂ ਦਾ ਸਮਾਂ ਲੇਖੇ ਵਿੱਚ ਪੈ ਜਾਣਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ, ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤਿਗੁਰੂ ਕਹਿੰਦੇ, ਗੁਰੂ ਚਰਨਾਂ ਵਿੱਚ ਬਹੁਤ ਸਾਰੇ ਸਿੱਖ ਆਉਂਦੇ ਐ। ਕੋਈ ਬਾਣੀ ਪੜ੍ਹਦਾ ਹੈ, ਕੋਈ ਸੇਵਾ ਕਰਦਾ ਹੈ। ਸੰਗਤ ਜੀ, ਕੋਈ ਕੀਰਤਨ ਕਰਦਾ ਹੈ, ਕੋਈ ਕੀਰਤਨ ਸੁਣਦਾ ਹੈ, ਕੋਈ ਬਾਣੀ ਪੜ੍ਹਦਾ ਹੈ, ਕੋਈ ਸੁਣਦਾ ਹੈ, ਕੋਈ ਤਨ ਨਾਲ ਸੇਵਾ ਕਰਦਾ ਹੈ। ਉਹ ਗੁਰਮੁਖਾਂ ਵੱਲੋਂ ਕੀਤੀ ਹੋਈ ਸੇਵਾ, ਪੜ੍ਹੀ ਹੋਈ ਬਾਣੀ, ਕੀਤਾ ਹੋਇਆ ਸਤ ਸੰਗਤ ਉਦੋਂ ਲੇਖੇ ਵਿੱਚ ਪੈਂਦਾ ਹੈ, ਜਦੋਂ ਉਹ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਲੈਂਦੇ ਨੇ, ਗੁਰੂ ਜੀ ਦੀ ਆਗਿਆ ਦੇ ਉੱਤੇ ਚੱਲ ਪੈਂਦੇ ਨੇ। ਤੇ ਗੁਰਮੁਖ ਪਿਆਰਿਓ, ਫਿਰ ਜਦੋਂ ਇਹ ਸੇਵਾ ਨਾਲ ਜੁੜ ਗਏ ਤਾਂ ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਹੀ ਪਾਪ ਸਾਡੇ ਮਿਟ ਜਾਂਦੇ ਨੇ। ਅਨੇਕਾਂ ਗਲਤੀਆਂ ਅਸੀਂ ਕਰਦੇ ਰਹਿੰਦੇ ਆ, ਅਨੇਕਾਂ ਗਲਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਦੂਰ ਹੋ ਜਾਂਦੀਆਂ। ਇਸੇ ਲਈ ਬਾਣੀ ਵਿੱਚ ਸਤਿਗੁਰੂ ਜੀ ਨੇ ਆਖਿਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਇਸੇ ਲਈ ਆਖਿਆ ਕਿ ਗੁਰੂ ਦਾ ਸਿਮਰਨ ਉੱਚਿਆਂ ਤੋਂ ਵੀ ਉੱਚਾ ਹੈ। ਜੇ ਅਸੀਂ ਮਨ ਨਾਲ ਕਰ ਲਈਏ ਸਿਮਰਨ, ਸੰਸਕ੍ਰਿਤ ਦਾ ਸ਼ਬਦ ਹੈ। ਸਾਧ ਸੰਗਤ ਜੀ, ਹਿੰਦੀ ਵਿੱਚ ਇਹਨੂੰ ਯਾਦ ਕਹਿੰਦੇ ਨੇ, ਤੇ ਪੰਜਾਬੀ ਵਿੱਚ ਅਸੀਂ ਚੇਤਾ ਕਹਿੰਦੇ, ਭਾਵ ਗੁਰੂ ਨੂੰ ਚੇਤੇ ਵਿੱਚ ਆਪਣੇ ਵਸਾ ਲਈਏ, ਮਨ 'ਚ ਵਸਾ ਲਈਏ, ਮਨ ਨਾਲ ਗੁਰੂ ਦੇ ਬਚਨ ਮੰਨ ਲਈਏ, ਮੰਨਣ ਦੀ ਸੇਵਾ ਕਰ ਲਈਏ। ਤੇ ਸਤਿਗੁਰੂ ਕਹਿੰਦੇ, ਗੁਰੂ ਦਾ ਸਿਮਰਨ ਉੱਚਾ ਹੈ। ਤੇ ਸਤਿਗੁਰੂ ਦੇ ਸਿਮਰਨ ਨੂੰ ਜਦੋਂ ਤੂੰ ਕਰੇਂਗਾ, ਭਾਵ ਉਹਨੂੰ ਚੇਤੇ ਵਿੱਚ ਵਸਾਏਂਗਾ, ਤੈਨੂੰ ਵੀ ਗੁਰੂ ਨੇ ਉੱਚਿਆਂ ਤੋਂ ਉੱਚਾ ਕਰ ਦੇਣਾ ਹੈ, ਤੈਨੂੰ ਵੀ ਉੱਚਾ ਤੇ ਸੁੱਚਾ ਬਣਾ ਦੇਣਾ ਹੈ। ਤੇਰੇ ਵੀ ਕਰੋੜਾਂ ਪਾਪ ਸਤਿਗੁਰੂ ਦੀ ਕਿਰਪਾ ਦੇ ਨਾਲ ਬਖਸ਼ੇ ਜਾਣੇ ਹਨ। ਇਸੇ ਲਈ ਮਨ ਦੀ ਸੇਵਾ ਜ਼ਰੂਰ ਆਪਾਂ ਕਰੀਏ, ਮਨ ਨਾਲ ਗੁਰੂ ਦੇ ਬਚਨਾਂ ਨੂੰ ਮੰਨੀਏ, ਜਿਹੜੇ ਬਚਨ ਅਸੀਂ ਸਤ ਸੰਗਤ ਵਿੱਚੋਂ ਸਿੱਖ ਕੇ ਜਾਣੇ ਹਾਂ। ਤੇ ਆਪ ਸਾਰੇ ਧੰਨਤਾ ਦੇ ਯੋਗ ਹੋ, ਜਿੱਥੇ ਆਪ ਆਏ ਹੋ ਉੱਥੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਏ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ। ਸੰਗਤ ਜੀ, ਲੋੜ ਹੈ, ਬੱਚਿਆਂ ਦੇ ਸ਼ਹੀਦੀ ਦਿਹਾੜੇ, ਲਾਲਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ। ਗੁਰਮੁਖ ਪਿਆਰਿਓ, ਇਹ ਬੱਚੇ ਸਾਡੇ ਜ਼ਰੂਰ ਸੁਣਨ, ਸਾਡੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ, ਕਿਵੇਂ ਉਹ 7 ਅਤੇ 9 ਸਾਲ ਦੇ ਵਿੱਚ, ਕਿਉਂ ਉਹਨਾਂ ਨੂੰ ਆਪਾਂ ਬਾਬੇ ਕਹਿੰਦੇ ਆ। 7 ਤੇ 9 ਸਾਲ ਦੀ ਉਮਰ ਹੈ, ਬਾਬੇ ਕਿਉਂ ਆਖਦੇ ਹਾਂ? ਇੰਨੀ ਛੋਟੀ ਉਮਰ ਵਾਲੇ ਬੱਚੇ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਉਂ ਕਿਹਾ? ਉਹਨਾਂ ਨੇ ਕਿਵੇਂ ਨਿੱਕੀਆਂ ਜਿੰਦਾਂ ਹੋਣ ਦੇ ਬਾਵਜੂਦ ਕਿਵੇਂ ਉਹਨਾਂ ਨੇ ਵੱਡੇ ਸਾਕੇ ਕਰ ਦਿੱਤੇ? ਇਹ ਸਾਡੇ ਬੱਚੇ ਤਾਂ ਹੀ ਸਿੱਖਣਗੇ ਜੇ ਅਸੀਂ ਇਹਨਾਂ ਨੂੰ ਸਤ ਸੰਗਤ ਵਿੱਚ ਲੈ ਕੇ ਆਵਾਂਗੇ। ਗੁਰੂ ਜੀ ਮਿਹਰ ਕਰਨ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਚਮਕੌਰ ਦੀ ਗੜੀ ਦਾ ਉਹ ਪਵਿੱਤਰ ਇਤਿਹਾਸ, ਲਸਾਨੀ ਇਤਿਹਾਸ, ਅਦੁੱਤੀ ਸ਼ਹਾਦਤ ਗੁਰਮੁਖਾਂ ਪਿਆਰਿਆਂ ਦੀ। ਸੰਗਤ ਜੀ, ਕੱਲ ਵਾਲੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਸਾਰਾ ਕੁਝ ਵਾਰ ਕੇ, ਸਿੱਖ ਕੌਮ ਤੋਂ ਸਾਰਾ ਕੁਝ ਵਾਰ ਕੇ
ਚਮਕੌਰ ਦੀ ਗੜੀ ਵਿੱਚੋਂ ਖਾਲੀ ਹੱਥ ਚਲੇ ਗਏ। ਚਰਨਾਂ ਵਿੱਚ ਜੋੜਾ ਤੱਕ ਨਹੀਂ ਸਤਿਗੁਰਾਂ ਨੇ ਪਾਇਆ। ਆਪਣਾ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ। ਤੇ ਗੁਰਮੁਖ ਪਿਆਰਿਓ, ਅੱਜ 23 ਤਰੀਕ ਵਾਲਾ ਜਿਹੜਾ ਦਿਨ ਬੀਤਿਆ, ਇਹ ਦਿਨ ਚੜ੍ਹਦਾ ਹੈ। ਇਹ ਦਿਨ ਚੜ੍ਹਿਆ ਤੇ ਸੰਗਤ ਜੀ ਜੰਗ ਦਾ ਮੈਦਾਨ ਫੇਰ ਭਖਿਆ। ਇੱਕੇਦਮ ਫੇਰ ਸਾਧ ਸੰਗਤ ਦੀ ਫੌਜਾਂ ਨੇ ਹਮਲਾ ਕੀਤਾ ਤੇ ਜਿੰਨੇ ਕੁ ਵੀ ਸਿੰਘ ਉੱਥੇ ਬਚਦੇ ਸੀ, ਭਾਈ ਮਦਨ ਸਿੰਘ, ਕਾਠਾ ਸਿੰਘ, ਕੋਠਾ ਸਿੰਘ ਵੀ ਇਤਿਹਾਸ ਵਿੱਚ ਆਉਂਦਾ ਹੈ, ਭਾਈ ਨਾਹਰ ਸਿੰਘ, ਸ਼ੇਰ ਸਿੰਘ, ਭਾਈ ਸੰਗਤ ਸਿੰਘ, ਸੰਤ ਸਿੰਘ, ਜਿੰਨੇ ਵੀ ਇਹ ਗੁਰੂ ਪਿਆਰਿਓ ਸਿੰਘ ਰਹਿੰਦੇ ਸੀ ਸਤਿਗੁਰਾਂ ਦੇ ਜਾਣ ਤੋਂ ਬਾਅਦ, ਫਿਰ ਦੂਜੇ ਦਿਨ ਇਹ ਵੀ ਸਾਰੇ ਸ਼ਹੀਦੀਆਂ ਪਾ ਜਾਂਦੇ ਨੇ। ਤੇ ਗੁਰੂ ਪਿਆਰਿਓ, 1-2 ਦਿਨ ਤੇ 1 ਰਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਦੇ ਸਰੀਰ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਇਦਾਂ ਹੀ ਜੰਗ ਦੇ ਮੈਦਾਨ ਵਿੱਚ ਪਏ ਰਹੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਵਾਲੀ ਜਿਹੜੀ ਇਹ ਰਾਤ ਹੈ, ਇਸ ਰਾਤ ਨੂੰ ਫਿਰ ਬੀਬੀ ਸ਼ਰਨ ਕੌਰ ਆਉਂਦੀ ਹੈ। ਸ਼ਰਨ ਕੌਰ ਆਉਂਦੀ ਹੈ, ਹਰ ਸ਼ਰਨ ਕੌਰ ਵੀ ਆਪਾਂ ਕਹਿ ਦਿੰਦੇ ਆ, ਪਰ ਜ਼ਿਆਦਾਤਰ ਇਤਿਹਾਸ ਵਿੱਚ ਕੇਵਲ ਸ਼ਰਨ ਕੌਰ ਆਉਂਦਾ ਹੈ। ਬੀਬੀ ਸ਼ਰਨ ਕੌਰ ਜੀ ਆਉਂਦੀ ਹੈ। ਕਈ ਇਤਿਹਾਸਕਾਰਾਂ ਦਾ ਇਹ ਵੀ ਕਥਨ ਹੈ ਕਿ 40 ਸਿੰਘਾਂ ਵਿੱਚੋਂ ਜਿਹੜੇ ਇਹ ਚਮਕੌਰ ਦੀ ਜੰਗ ਵਿੱਚ ਸਿੰਘ ਸ਼ਹੀਦ ਹੋਏ, ਇਹਨਾਂ ਵਿੱਚੋਂ ਇੱਕ ਭਾਈ ਰਾਮ ਸਿੰਘ ਸ਼ਹੀਦ ਹੁੰਦੇ ਆ। ਉਹ ਬੀਬੀ ਸ਼ਰਨ ਕੌਰ ਦੇ ਪਤੀ ਹਨ। ਕੁਛ ਪਤੀ ਦੇ ਸਾਧ ਸੰਗਤ ਦੀ ਰਿਸ਼ਤੇ ਦੀ ਵਿਹਵਲਤਾ ਹੈ, ਕੁਛ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੀ, ਪ੍ਰੇਮ ਦੀ ਵਿਹਵਲਤਾ ਹੈ, ਖਿੱਚ ਹੈ। ਢੰਡੋਰਾ ਪਟਵਾਇਆ ਸੀ ਸਾਧ ਸੰਗਤ, ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ, ਚਮਕੌਰ ਦੀ ਗੜੀ ਖਾਲੀ ਹੋ ਗਈ ਹੈ, ਢੰਡੋਰਾ ਪਟਵਾ ਦਿੱਤਾ, ਇਧਰ ਨੂੰ ਕੋਈ ਨਾ ਆਵੇ। ਥੋੜਾ ਸਮਾਂ ਤਾਂ ਭੁਲੇਖਾ ਪਿਆ ਭਾਈ ਸੰਗਤ ਸਿੰਘ ਜੀ ਨੂੰ, ਜਦੋਂ ਸਾਧ ਸਿੰਘ ਸ਼ਹੀਦ ਕਰ ਦਿੱਤਾ, ਧੜ ਨਾਲੋਂ ਸੀਸ ਵੱਖ ਕਰ ਦਿੱਤਾ ਤੇ ਲਲਕਾਰੇ ਮਾਰੇ। ਸਾਧ ਸੰਗਤ ਜੀ ਬੜਾ ਰੌਲਾ ਪਾਇਆ, ਕਹਿੰਦੇ ਸਿੱਖਾਂ ਦਾ ਗੁਰੂ ਮਾਰ ਲਿਆ ਹੈ। ਇਦਾਂ ਉਹਨਾਂ ਦੇ ਲਫ਼ਜ਼ ਸਨ, ਸ਼ਬਦ ਸਨ, ਸਿੱਖਾਂ ਦਾ ਗੁਰੂ ਮਾਰ ਲਿਆ ਹੈ। ਤੇ ਗੁਰਮੁਖ ਪਿਆਰਿਓ, ਥੋੜਾ ਸਮਾਂ ਤਾਂ ਲਲਕਾਰੇ ਮਾਰੇ, ਪਰ ਥੋੜੇ ਸਮੇਂ ਬਾਅਦ ਹੀ ਪਤਾ ਲੱਗ ਗਿਆ ਸੀ ਵੀ ਇਹ ਤਾਂ ਆਪਾਂ ਨੂੰ ਭੁਲੇਖਾ ਪੈ ਗਿਆ, ਇਹ ਤਾਂ ਗੁਰੂ ਨਹੀਂ, ਇਹ ਤਾਂ ਗੁਰੂ ਕਾ ਸਿੱਖ ਹੈ। ਤੇ ਹੈਰਾਨ ਹੋ ਗਏ ਸੂਬੇ ਸਰਹੰਦ ਵਜ਼ੀਰ ਖਾਂ ਵਰਗੇ। ਉਹ ਕਹਿੰਦੇ ਇਹ ਕਿਹੋ ਜਿਹੇ ਸਿੰਘ ਨੇ, ਕਿਹੋ ਜਿਹੇ ਸਿੱਖ ਨੇ, ਆਪਣੇ ਗੁਰੂ ਨੂੰ ਬਚਾਉਣ ਵਾਸਤੇ ਆਪ ਦਾ ਸਿਰ ਕਟਾ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਿਹੋ ਜਿਹੇ ਸਿੱਖ ਨੇ, ਆਪਣੇ ਗੁਰੂ ਦੇ ਲਈ ਆਪਣਾ ਸੀਸ ਕਟਵਾ ਲਿਆ, ਆਪਣਾ ਬਲੀਦਾਨ ਦੇ ਦਿੱਤਾ। ਇਹ ਇੱਕ ਤਰ੍ਹਾਂ ਦੀ ਗੁਰਮੁਖ ਪਿਆਰਿਓ, ਉਹਨਾਂ ਪਹਾੜੀਆਂ ਦੀ, ਪਹਾੜੀ ਰਾਜਿਆਂ ਦੀ, ਸਾਧ ਸੰਗਤ ਦੀ, ਉਹਨਾਂ ਸ਼ਾਹੀ ਫੌਜਾਂ ਦੀ ਇਖਲਾਕੀ ਹਾਰ ਸੀ। ਇਖਲਾਕੀ ਹਾਰ, ਇਖਲਾਕੀ ਜਿੱਤ ਉਹ ਪ੍ਰਾਪਤ ਕਰ ਜਾਂਦਾ ਹੈ ਜਿਹੜਾ ਰਣ ਭੂਮੀ ਦੇ ਵਿੱਚ ਸਾਧ ਸੰਗ ਸ਼ਹੀਦੀ ਤਾਂ ਪਾ ਜਾਵੇ ਪਰ ਈਨ ਨਾ ਮੰਨੇ। ਸ਼ਹੀਦੀ ਭਾਵੇਂ ਹੋ ਜਾਵੇ, ਕੁਰਬਾਨੀ ਭਾਵੇਂ ਹੋ ਜਾਵੇ, ਪਰ ਈਨ ਨਾ ਮੰਨੇ। ਸਾਧ ਸੰਗਤ ਜੀ ਉਹ ਹਾਰਦਾ ਨਹੀਂ, ਉਹ ਜਿੱਤ ਜਾਂਦਾ, ਉਹਦੀ ਇਖਲਾਕੀ ਜਿੱਤ ਹੁੰਦੀ ਹੈ। ਪਰ ਇਹ ਇਖਲਾਕੀ ਜਿੱਤ ਨੂੰ ਕਿੱਥੇ ਜਾਣਦੇ ਸੀ? ਇਹਨਾਂ ਉਸ ਵੇਲੇ ਉੱਥੇ ਲਲਕਾਰੇ ਮਾਰੇ, ਫੌਜਾਂ ਉੱਥੋਂ ਫਿਰ ਜਾਣ ਲੱਗੀਆਂ। ਕੁਝ ਕੁ ਫੌਜਾਂ ਰਹਿ ਗਈਆਂ ਜਿਨ੍ਹਾਂ ਨੇ ਪਹਿਰਾ ਲਾਇਆ। ਤੇ ਸੰਗਤ ਜੀ ਉਸ ਵੇਲੇ ਢੰਡੋਰਾ ਪਟਵਾਇਆ, ਆਖਿਆ ਇਸ ਤਰਫ ਕੋਈ ਨਾ ਆਵੇ। ਕਿਉਂ ਨਾ ਆਵੇ? ਸਿੰਘਾਂ ਦੇ ਸਰੀਰ ਪਏ ਐ ਉੱਥੇ, ਸਾਹਿਬਜ਼ਾਦਿਆਂ ਦੇ, ਗੁਰੂ ਕੇ ਲਾਲਾਂ ਦੇ ਸਰੀਰ ਪਏ ਐ। ਉਹਨਾਂ ਨੂੰ ਇਉਂ ਲੱਗਦਾ ਸੀ ਵੀ ਪੁੱਤਾਂ ਦੇ ਮੋਹ 'ਚ ਪੁੱਤਰਾਂ ਦੇ ਸਰੀਰ ਜ਼ਰੂਰ ਲੈਣ ਆਊਗਾ। ਸਿੱਖਾਂ ਦਾ ਗੁਰੂ ਆਪਣੇ ਪੁੱਤਾਂ ਦੇ ਸਰੀਰ ਲੈਣ ਆ ਸਕਦਾ ਹੈ, ਇਸੇ ਲਈ ਇਸ ਤਰਫ ਕੋਈ ਨਾ ਆਵੇ, ਜਿਹੜਾ ਆਏਗਾ ਉਹ ਮਾਰ ਦਿੱਤਾ ਜਾਏਗਾ। ਢੰਡੋਰਾ ਪਟਵਾਇਆ। ਰਾਤ ਦੇ ਸਮੇਂ, ਅੱਜ ਵਾਲੀ ਜੋ ਰਾਤ ਹੈ, ਇਸ ਰਾਤ ਨੂੰ ਫਿਰ ਬੀਬੀ ਸ਼ਰਨ ਕੌਰ ਜੀ ਆਈ। ਕੁਝ ਪਤੀ ਦੇ, ਸਾਧ ਸੰਗਤ ਜੀ ਰਿਸ਼ਤੇ ਦੀ ਵਿਹਵਲਤਾ ਸੀ, ਜਾਵਾਂ ਜਾ ਕੇ ਦੇਖਾਂ ਕੀ ਹੋਇਆ। ਕੁਛ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਸਾਧ ਸੰਗਤ ਜੀ ਬਖਸ਼ਿਸ਼ ਦਾ, ਪ੍ਰੇਮ ਦਾ, ਪਿਆਰ ਦਾ, ਸਾਧ ਸੰਗਤ ਪਿਆਰ ਦੀ ਅੰਦਰੋਂ ਖਿੱਚ ਹੈ। ਤੇ ਗੁਰੂ ਪਿਆਰਿਓ ਇਹ ਜੰਗ ਦੇ ਮੈਦਾਨ ਵਿੱਚ ਆਉਂਦੀ ਹੈ। ਬੀਬੀ ਸ਼ਰਨ ਕੌਰ ਦਾ ਹਿਰਦਾ ਵੇਖੋ ਕਿੱਡਾ ਵੱਡਾ ਹੋਣਾ ਹੈ। ਘਰ ਦੇ ਵਿੱਚ ਲਾਸ਼ ਪਈ ਹੋਵੇ ਨਾ, ਘਰ ਦੇ ਵਿੱਚ ਲਾਸ਼ ਪਈ ਹੋਵੇ ਤੇ ਗੁਰਮੁਖ ਪਿਆਰਿਓ ਕੱਲਾ ਬੰਦਾ ਕੋਲੇ ਖੜ ਨਹੀਂ ਸਕਦਾ ਹੈ। ਸਾਡੇ ਮਨ ਇੰਨੇ ਕਾਇਮ ਨਹੀਂ, ਸਾਡੇ ਮਨ ਬੜੇ, ਸਾਧ ਸੰਗਤ ਜੀ ਮਨ ਬੜੇ, ਸਾਧ ਸੰਗਤ ਛੋਟੇ ਆ, ਡੋਲ ਜਾਂਦਾ ਸਾਡਾ ਦਿਲ। ਮੁਰਦਾ ਕੋਲ ਪਿਆ ਹੋਵੇ,
ਦੋ ਚਾਰ ਜਣੇ ਇਕੱਠੇ ਹੋ ਕੇ ਬਹਿੰਦੇ, ਇਕੱਲਾ ਨਹੀਂ ਕੋਈ ਬਹਿੰਦਾ ਹੈ। ਕਈਆਂ ਦੇ ਮਨ ਸਾਧ ਸੰਗਤ ਡਰ ਜਾਂਦੇ ਨੇ। ਬੀਬੀ ਸ਼ਰਨ ਕੌਰ ਦਾ ਕੈਸਾ ਸਾਧ ਸੰਗਤ ਜੀ ਦਿਲ ਹੋਏਗਾ। ਜੰਗ ਦੇ ਮੈਦਾਨ ਦੇ ਵਿੱਚ ਮਨੁੱਖੀ ਅੰਗ ਖਿਲਰੇ ਪਏ ਐ, ਸਿੰਘਾਂ ਦੇ ਸਰੀਰ ਕੱਟੇ ਵੱਢੇ ਪਏ ਐ, ਤੇ ਬੀਬੀ ਸ਼ਰਨ ਕੌਰ ਨੇ ਫਿਰ ਇੱਥੇ ਕੁਰਬਾਨੀ ਦਿੱਤੀ। ਪਹਿਲਾਂ ਸਾਧ ਸੰਗਤ ਜੀ ਜਿੰਨਾ ਕੁ ਹੋ ਸਕਿਆ ਉਹਨਾਂ ਅੰਗੀਠਾ ਤਿਆਰ ਕੀਤਾ ਗਿਆ, ਲੱਕੜਾਂ ਦਾ ਪ੍ਰਬੰਧ ਕੀਤਾ ਗਿਆ। ਅੱਜ ਦੀ ਰਾਤ ਦਾ ਇਹ ਇਤਿਹਾਸ, ਲੱਕੜਾਂ ਇਕੱਠੀਆਂ ਕੀਤੀਆਂ। ਗੁਰੂ ਪਿਆਰਿਓ ਫਿਰ ਸਿੰਘਾਂ ਦੇ ਸਰੀਰ ਨੂੰ ਇਕੱਠਿਆਂ ਕਰਨਾ ਕੀਤਾ। ਕਿਵੇਂ ਇਕੱਠਿਆਂ ਕੀਤਾ? ਜ਼ਾਲਮ ਜਰਵਾਨਿਆਂ ਨੇ ਤਾਂ ਸਿੰਘਾਂ ਨੂੰ ਕੋਹ ਕੇ ਸ਼ਹੀਦ ਕੀਤਾ ਪਿਆ ਸੀ। ਕਿਸੇ ਦੀ ਲੱਤ ਵੱਢ ਕੇ ਪਰੇ ਸੁੱਟੀ ਪਈ ਹੈ, ਕਿਸੇ ਦਾ ਸਾਧ ਸੰਗਤ ਜੀ ਸੀਸ ਜਿਹੜਾ ਹੈ ਉਹ ਕੱਟ ਕੇ ਪਰੇ ਸੁੱਟਿਆ ਪਿਆ ਹੈ, ਕਿਸੇ ਦੀ ਬਾਹ ਵੱਢੀ ਪਈ ਹੈ, ਕਿਸੇ ਨੂੰ ਕਿਵੇਂ ਸਾਧ ਸੰਗਤ ਕੋਹ ਕੇ ਸ਼ਹੀਦ ਕੀਤਾ ਗਿਆ, ਕਿਸੇ ਨੂੰ ਕਿਵੇਂ। ਗੁਰੂ ਪਿਆਰਿਓ ਬੀਬੀ ਸ਼ਰਨ ਕੌਰ ਜਦੋਂ ਕਛਹਿਰੇ ਵਾਲਾ ਧੜ ਦੇਖਦੀ ਪਤਾ ਲੱਗ ਜਾਂਦਾ ਸ੍ਰੀ ਸਾਹਿਬ ਪਾਈ ਹੋਈ ਹੈ, ਇਹ ਗੁਰੂ ਕੇ ਪਿਆਰੇ ਸਿੰਘ ਦਾ ਸਰੀਰ ਹੈ, ਮੇਰੇ ਵੀਰ ਦਾ ਸਰੀਰ ਹੈ। ਚੁੱਕ ਕੇ ਉਹਨੂੰ ਅੰਗੀਠੇ ਵਿੱਚ ਲੈ ਜਾਂਦੀ, ਕੜੇ ਵਾਲੀ ਬਾਹ ਵੇਖਦੀ, ਚੁੱਕ ਕੇ ਅੰਗੀਠੇ ਵਿੱਚ ਲੈ ਜਾਂਦੀ। ਗੁਰੂ ਪਿਆਰਿਓ ਕੱਟਿਆ ਹੋਇਆ ਸਿੰਘਾਂ ਦਾ ਸੀਸ ਜੇ ਕਿਤੇ ਸਾਹਮਣੇ ਆ ਜਾਂਦਾ, ਲਾਸ਼ਾਂ ਵਿੱਚੋਂ ਭਾਲ ਭਾਲ ਕੇ ਸਾਧ ਸੰਗਤ ਜੀ ਕੱਟਿਆ ਹੋਇਆ ਕਿਸੇ ਗੁਰੂ ਪਿਆਰੇ ਦਾ ਸੀਸ ਮਿਲਦਾ, ਕੇਸ ਦਾੜਾ ਮਿਲਦੇ, ਮੁਖ ਦੇ ਉੱਤੇ ਸਾਧ ਸੰਗਤ ਜੀ ਦਾੜਾ ਕੇਸ ਸਲਾਮਤ ਜਿਸ ਦੇ ਦਿਸਦੇ, ਸੀਸ ਦੇ ਵਿੱਚ ਕੰਘਾ ਦਿਸਦਾ, ਉਹ ਫਿਰ ਸੀਸ ਪਿਆਰ ਨਾਲ ਚੁੱਕ ਕੇ ਲਿਆਉਣਾ। ਗੁਰੂ ਪਿਆਰੇ ਨਾਲੇ ਵਿਰਾਗ ਦਾ ਜਲ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਵਹਿੰਦਾ ਹੈ ਬੀਬੀ ਸ਼ਰਨ ਕੌਰ ਦੇ, ਨਾਲੇ ਮਨ ਬੜਾ ਕਾਇਮ ਹੈ, ਦ੍ਰਿੜ ਹੈ ਇਰਾਦਾ। ਗੁਰੂ ਪਿਆਰਿਓ ਫਿਰ ਏਦਾਂ ਉਹਨੇ ਸਰੀਰ ਇਕੱਠੇ ਕਰ ਕਰਕੇ ਵੱਡਾ ਸਾਰਾ ਸਰੀਰਾਂ ਦਾ ਢੇਰ ਲਾਇਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਨੂੰ ਵੀ ਉਹਨਾਂ ਉਸੇ ਅੰਗੀਠੇ ਵਿੱਚ ਰੱਖ ਲਿਆ। ਗੁਰੂ ਪਿਆਰਿਓ ਇੱਥੋਂ ਤੱਕ ਇਤਿਹਾਸ ਕਰਕੇ ਹੀ ਕਥਨ ਕਰਦੇ ਨੇ, ਜਿੱਥੇ ਹੋਰ ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆਂ ਕੀਤਾ, ਉੱਥੇ ਇਹ ਭਾਲਦੇ ਭਾਲਦਿਆਂ ਲਾਸ਼ਾਂ ਨੂੰ ਪਰੇ ਕਰਦੇ ਕਰਦਿਆਂ ਸਾਧ ਸੰਗਤ ਇਹਦੇ ਆਪ ਦੇ ਪਤੀ ਦਾ ਸਰੀਰ ਵੀ ਅੱਖਾਂ ਸਾਹਮਣੇ ਆ ਜਾਂਦਾ ਹੈ, ਭਾਈ ਰਾਮ ਸਿੰਘ ਦਾ। ਕੈਸਾ ਹੋਣਾ ਜੇਰਾ ਬੀਬੀ ਸ਼ਰਨ ਕੌਰ ਦਾ, ਜਿੱਥੇ ਆਪਾਂ ਕਹਿੰਦੇ ਆ ਕੱਟਿਆ ਹੋਇਆ ਸੀਸ। ਧੰਨਵਾਦ ਆ ਗੁਜਰ ਕੌਰ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦੇਖਿਆ ਤੇ ਸੀਸ ਝੁਕਾ ਕੇ ਆਖਿਆ, ਤੁਹਾਡੀ ਨਿਭ ਗਈ ਹੈ, ਸਾਡੀ ਨਿਭ ਜਾਵੇ। ਡੋਲੇ ਨਹੀਂ, ਘਬਰਾਏ ਨਹੀਂ। ਗੁਰੂ ਪਿਆਰਿਓ ਕੋਈ ਵੀ ਸਾਧ ਸੰਗਤ ਜੀ ਡੋਲਣ ਵਾਲੀ ਗੱਲ ਨਹੀਂ ਕੀਤੀ। ਉਸ ਵੇਲੇ ਆਖਿਆ ਸਾਡੀ ਨਿਭ, ਤੁਹਾਡੀ ਨਿਭ ਗਈ ਹੈ, ਸਾਡੀ ਵੀ ਨਿਭ ਜਾਵੇ। ਉਸੇ ਤਰ੍ਹਾਂ ਬੀਬੀ ਸ਼ਰਨ ਕੌਰ ਜੀ ਵੀ ਫਿਰ ਡੋਲੇ ਨਹੀਂ, ਅਡੋਲ ਮਨ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਉਹ ਸਰੀਰ ਵੀ ਚੁੱਕਿਆ। ਗੁਰੂ ਗੁਰੂ ਜਪਦੀ ਨੇ ਉਹ ਸਰੀਰ ਵੀ ਫਿਰ ਸਾਧ ਸੰਗਤ ਅੰਗੀਠੇ ਵਿੱਚ ਰੱਖਿਆ ਤੇ ਸਿੰਘਾਂ ਦੇ ਸਾਹਿਬਜ਼ਾਦਿਆਂ ਦੇ ਇਸ ਅੰਗੀਠੇ ਨੂੰ ਇਕੱਠਿਆਂ ਹੀ ਸਾਧ ਸੰਗਤ ਜੀ ਅਗਨ ਭੇਂਟ ਕਰ ਦਿੱਤਾ। ਅੱਗ ਲਾਈ ਹੈ, ਕੋਲ ਬੈਠ ਕੇ ਸਾਧ ਸੰਗਤ ਜੀ ਫਿਰ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗੀ ਬੀਬੀ ਸ਼ਰਨ ਕੌਰ। ਅੱਗ ਮੱਚਦੀ ਹੈ, ਭਾਂਬੜ ਨਿਕਲਦੇ ਨੇ, ਜਿਹੜੇ ਉਹ ਲਲਕਾਰੇ ਮਾਰ ਰਹੇ ਸੀ। ਰਾਤ ਦਾ ਸਮਾਂ ਹੈ, ਆਪਣੇ ਤੰਬੂਆਂ ਵਿੱਚ ਚਲੇ ਗਏ ਸੀ। ਉਹਨਾਂ ਨੂੰ ਲੱਗਦਾ ਸੀ ਇਸ ਵੇਲੇ ਹੁਣ ਹੋਰ ਕਿਹੜਾ ਕਿਸੇ ਨੇ ਆਉਣਾ ਹੈ। ਅੱਗ ਮੱਚਦੀ ਵੇਖੀ ਤੇ ਇੱਕਦਮ ਡਰ ਗਏ, ਕਹਿੰਦੇ ਆਹ ਕੀ ਬਲਾ ਆ ਗਈ। ਰਾਤ ਦੇ ਸਮੇਂ ਅੱਗ ਕੌਣ ਬਾਲ ਰਿਹਾ ਹੈ? ਡਰਦੇ ਡਰਦੇ 10 ਵੀ ਇਕੱਠੇ ਹੋ ਕੇ ਕੋਲ ਜਾਂਦੇ ਆ। ਕੋਲ ਗਏ, ਇਕੱਠੇ ਹੋ ਕੇ ਜਾ ਕੇ ਵੇਖਦੇ ਇੱਕ ਬੀਬੀ ਸਾਧ ਸੰਗਤ ਜੀ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕਰ ਰਹੀ ਹੈ, ਅੰਗੀਠਾ ਜਲ ਰਿਹਾ ਹੈ। ਕੋਲ ਬੈਠੀ ਬੀਬੀ ਪਾਠ ਕਰ ਰਹੀ ਹੈ, ਸੋਹਿਲਾ ਸਾਹਿਬ ਦਾ ਪਾਠ ਕਰ ਰਹੀ ਹੈ। ਕੋਲ ਆਏ, ਆ ਕੇ ਪੁੱਛਿਆ ਬੀਬੀ ਕੌਣ ਹੈ, ਕੌਣ ਹੈ ਤੂੰ? ਉਸ ਵੇਲੇ ਆਖਿਆ ਮੈਂ ਗੁਰੂ ਕਾ ਖਾਲਸਾ। ਕਿਉਂਕਿ ਖਾਲਸਾ ਸ਼ਬਦ ਜਿਹੜਾ ਹੈ ਇਹ ਔਰਤ ਅਤੇ ਮਰਦ ਵਾਸਤੇ ਸਾਂਝਾ ਹੈ। ਗੁਰਸਿੱਖ ਸ਼ਬਦ ਜਿਹੜਾ ਹੈ ਔਰਤ ਅਤੇ ਮਰਦ ਵਾਸਤੇ ਸਾਂਝਾ ਹੈ। ਇਹ ਨਹੀਂ ਆ ਵੀ ਗੁਰਸਿੱਖ ਭਰਾ ਨੂੰ ਕਿਹਾ ਗਿਆ ਤੇ ਜਿਹੜੀ ਬੀਬੀ ਆ ਉਹਨੂੰ ਗੁਰਸਿੱਖਣੀ ਕਹਿ ਦੇਵਾਂਗੇ, ਨਹੀਂ ਭਾਈ। ਗੁਰਸਿੱਖ ਔਰਤ, ਗੁਰਸਿੱਖ ਭਰਾ, ਗੁਰਸਿੱਖ ਬੀਬੀ ਸ਼ਰਨ ਕੌਰ, ਗੁਰਸਿੱਖ ਭਾਈ ਰਾਮ ਸਿੰਘ, ਇਦਾਂ ਆਪਾਂ ਕਹਿ ਸਕਦੇ ਹਾਂ। ਖਾਲਸਾ ਸ਼ਬਦ ਜਿਹੜਾ ਹੈ ਇਹ ਸਭ ਦੇ ਲਈ ਸਾਂਝਾ ਹੈ ਪਿਆਰਿਓ, ਕਿਉਂਕਿ 5 ਕਕਾਰ ਜੇ ਭਾਈ ਦੇ ਪਾਏ ਨੇ ਉਹੀ 5 ਕਕਾਰ ਬੀਬੀਆਂ ਦੇ ਵੀ ਪਾਏ ਨੇ।
ਭਾਵ ਕੀ ਹੈ? ਖਾਲਸਾ ਸ਼ਬਦ ਸਭ ਦੇ ਲਈ ਸਾਂਝਾ। ਉਸ ਵੇਲੇ ਆਖਿਆ ਮੈਂ ਗੁਰੂ ਕਾ ਖਾਲਸਾ, ਬੜੀ ਦ੍ਰਿੜਤਾ ਦੇ ਨਾਲ। ਨਾਲੇ ਆਪਣੇ ਪਤੀ ਦਾ ਸਰੀਰ ਵੀ ਵੇਖ ਲਿਆ, ਸਿੰਘਾਂ ਦੇ ਸਰੀਰ ਭਾਲ ਭਾਲ ਕੇ ਸਾਧ ਸੰਗਤ ਇੱਕ ਅੰਗੀਠੇ ਵਿੱਚ ਰੱਖੇ ਆ, ਇੱਕ ਅੰਗੀਠੇ ਵਿੱਚ ਰੱਖੇ ਨੇ। ਤੇ ਗੁਰਮੁਖ ਪਿਆਰਿਓ ਉਸ ਵੇਲੇ ਆਖਿਆ ਮੈਂ ਗੁਰੂ ਕਾ ਖਾਲਸਾ, ਹੈਰਾਨ ਹੋ ਗਏ ਸਾਰੇ। ਉਹ ਇਹਨਾਂ ਦੇ ਮਰਦ ਜਿਹੜੇ ਨੇ ਉਹ ਤਾਂ ਦਲੇਰ ਹਨ ਹੀ, ਇਹਨਾਂ ਦੀਆਂ ਤਾਂ ਬੀਬੀਆਂ ਵੀ ਕਿਸੇ ਤੋਂ ਘੱਟ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੀਆਂ ਬੀਬੀਆਂ ਵੀ ਕਿਸੇ ਤੋਂ ਘੱਟ ਨਹੀਂ ਹੈ। ਮੈਂ ਬੇਨਤੀ ਕਰਾਂ ਭੈਣਾਂ ਦੇ ਚਰਨਾਂ ਵਿੱਚ, ਭੈਣੋ ਬੀਬੀ ਸ਼ਰਨ ਕੌਰ ਵਰਗੀਆਂ ਬਣੋ, ਬੀਬੀ ਅਮਰੋ ਵਰਗੀਆਂ ਬਣੋ, ਜਿਨ੍ਹਾਂ ਨੇ ਸਹੁਰੇ ਘਰ ਜਾ ਕੇ ਆਪਣੇ ਪਿਤਾ ਦਾ ਨਾਂ ਰੌਸ਼ਨ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਰ ਉੱਚਾ ਕੀਤਾ। ਜਦੋਂ ਜਦੋਂ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਕੀਤਾ ਜਾਏਗਾ, ਗੁਰੂ ਅਮਰਦਾਸ ਮਹਾਰਾਜ ਕਿਵੇਂ ਜੁੜੇ ਗੁਰੂ ਘਰ ਦੇ ਨਾਲ, ਉਦੋਂ ਉਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਨੂੰ ਯਾਦ ਕੀਤਾ ਜਾਏਗਾ। ਵੀ ਬੀਬੀ ਅਮਰੋ ਉਹ ਮਹਾਨ ਧੀ ਹੋਈ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਜਿਹਦੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਚਰਨਾਂ ਦੇ ਨਾਲ ਜੁੜੇ, ਸੇਵਾ ਕੀਤੀ। ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਸਾਹਿਬ। ਬੀਬੀ ਸ਼ਰਨ ਕੌਰ ਵਰਗੀਆਂ ਬਣੋ, ਜਿਹੜੇ ਨਾ ਡੋਲੇ ਨਾ ਘਬਰਾਏ। ਸਤਿਗੁਰੂ ਮਿਹਰ ਕਰਨ। ਗੁਰੂ ਪਿਆਰਿਓ ਉਸ ਵੇਲੇ ਆਖਿਆ ਮੈਂ ਗੁਰੂ ਕਾ ਖਾਲਸਾ, ਹੈਰਾਨ ਹੋ ਗਏ। ਇਹਨਾਂ ਦੇ ਮਰਦ ਦਲੇਰ ਹਨ ਹੀ, ਕਿੰਨੀ ਦਲੇਰੀ ਨਾਲ ਬਹਾਦਰੀ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਇਹਨਾਂ ਦੀਆਂ ਤਾਂ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ। ਮਾੜੀ ਵਾਸਨਾ ਲੈ ਕੇ ਅੱਗੇ ਵਧਣ ਲੱਗੇ, ਕਿਉਂਕਿ ਰਾਤ ਦਾ ਸਮਾਂ ਹੈ ਤੇ ਇੱਕ ਹੈ ਵੀ ਇਹ ਦੁਸ਼ਮਣ ਦੀ ਬੀਬੀ ਹੈ। ਗੁਰਮੁਖ ਪਿਆਰਿਓ ਮਾੜੀ ਵਾਸਨਾ ਲੈ ਕੇ ਅੱਗੇ ਵਧਣ ਲੱਗੇ ਤੇ ਬੀਬੀ ਸ਼ਰਨ ਕੌਰ ਜੀ ਨੇ ਆਪਣੀ ਕਿਰਪਾਨ ਮਿਆਨੋਂ ਬਾਹਰ ਕੱਢ ਲਈ। ਡਟ ਕੇ ਉਸ ਵੇਲੇ ਗੱਤਕਾ ਖੇਡਿਆ, ਡਟ ਕੇ ਮੁਕਾਬਲਾ ਕੀਤਾ, ਡਟ ਕੇ ਮੁਕਾਬਲਾ ਕੀਤਾ ਹੈ। ਤੇ ਪਿਆਰਿਓ ਇੱਥੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਸਾਡੇ ਜਿਹੜੀਆਂ ਸ੍ਰੀ ਸਾਹਿਬਾਂ ਪਾਈਆਂ ਨੇ ਜਾਤਾਂ ਵਿੱਚੋਂ ਉਹ ਨਿਕਲਦੀਆਂ ਨਹੀਂ, ਤੇ ਜੇ ਨਿਕਲ ਵੀ ਆਉਣ ਦੂਜੇ ਦੀ ਰੱਖਿਆ ਤਾਂ ਕੀ ਕਰਨੀ ਆ, ਆਪਦੀ ਰੱਖਿਆ ਵੀ ਨਹੀਂ ਅਸੀਂ ਕਰ ਸਕਦੇ। ਸਾਡੇ ਜਿਹੜੀਆਂ ਸ੍ਰੀ ਸਾਹਿਬਾਂ ਪਾਈਆਂ ਹੁੰਦੀਆਂ ਨਾ ਪਿਆਰਿਓ, ਇੱਥੋਂ ਤੱਕ ਕਿ ਸਾਡੀਆਂ ਸ੍ਰੀ ਸਾਹਿਬਾਂ ਵੀ ਆਰਟੀਫੀਸ਼ਲ ਹੋ ਗਈਆਂ, ਆਰਟੀਫੀਸ਼ਲ ਹੋ ਗਈਆਂ ਨੇ। ਸਾਡੇ ਆ ਜਿਹੜੇ ਕਕਾਰ ਨੇ ਆਰਟੀਫੀਸ਼ਲ ਹੋ ਗਏ ਆ। ਗੁਰਮੁਖ ਪਿਆਰਿਓ ਸਤਿਗੁਰੂ ਨੇ ਇਹ ਸ੍ਰੀ ਸਾਹਿਬ ਬਖਸ਼ੀ ਅੰਮ੍ਰਿਤ ਛਕਾਇਆ, ਆਖਿਆ ਇਹ ਆਪਦੀ ਰੱਖਿਆ ਵਾਸਤੇ ਵੀ ਹੈ, ਲੋੜ ਪੈਣ ਤੇ ਦੂਜੇ ਦੀ ਰੱਖਿਆ ਵੀ ਕਰੀ, ਗਰੀਬ ਮਜ਼ਲੂਮ ਦੀ ਵੀ ਰੱਖਿਆ ਕਰੀ। ਨਾਲੇ ਗੁਰੂ ਜੀ ਨੇ ਸਿਧਾਂਤ ਦ੍ਰਿੜ ਕਰਵਾਇਆ, ਆਖਿਆ ਇਹ ਵੀ ਦਿਲ ਵਿੱਚ ਵਸਾ ਕੇ ਰੱਖੀ, ਕਿਤੇ ਹਥਿਆਰ ਨੂੰ ਗਰੀਬਾਂ ਮਜ਼ਲੂਮਾਂ ਤੇ ਜ਼ੁਲਮ ਢਾਹੀ ਨਾ ਜਾਈ। ਇਸ ਹਥਿਆਰ ਦੇ ਨਾਲ, ਇਸ ਹਥਿਆਰ ਦੇ ਨਾਲ ਗਰੀਬਾਂ ਮਜ਼ਲੂਮਾਂ ਦੀ ਰਾਖੀ ਕਰਨੀ ਹੈ। ਪਿਆਰਿਆ ਇਹ ਵੀ ਸਿਧਾਂਤ ਬਾਣੀ ਦਾ ਹਿਰਦੇ ਵਿੱਚ ਵਸਾ ਕੇ ਰੱਖੀ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਇਹ ਵੀ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ। ਤੇ ਸਾਡੇ ਜਿਹੜੀਆਂ ਸ੍ਰੀ ਸਾਹਿਬਾਂ ਪਾਈਆਂ ਪਿਆਰਿਓ ਇਹ ਆਰਟੀਫੀਸ਼ਲ ਹੋ ਗਈਆਂ, ਜਾਤਾਂ ਵਿੱਚੋਂ ਨਿਕਲਦੀਆਂ ਨਹੀਂ। ਤੇ ਜੇ ਨਿਕਲ ਵੀ ਆਉਣ ਤੇ ਪਿਆਰਿਓ ਇਹ ਆਪਦੀ ਰੱਖਿਆ ਤਾਂ ਕੀ ਕਰਨੀ ਹੈ, ਦੂਜੇ ਦੀ ਰੱਖਿਆ ਤਾਂ ਕੀ ਕਰਨੀ, ਅਸੀਂ ਆਪਦੀ ਰੱਖਿਆ ਵੀ ਨਹੀਂ ਕਰ ਸਕਦੇ। ਤੇ ਗੁਰਮੁਖ ਪਿਆਰਿਓ ਵੇਖੋ 84 ਦੇ ਵਿੱਚ ਦੰਗੇ ਹੋਏ, ਕਹਿੰਦੇ ਦਿੱਲੀ ਵਿੱਚ ਗਲ ਵਿੱਚ ਟਾਇਰ ਪਾ ਪਾ ਕੇ ਸਾੜ ਦਿੱਤਾ। ਤੇ ਸਾਧ ਸੰਗਤ ਜੀ ਸਿੱਖ ਨੰਦੇੜ ਦੀ ਧਰਤੀ ਤੇ ਵੀ ਤਾਂ ਰਹਿੰਦੇ ਸੀ ਨਾ, ਪੰਜਾਬ ਤੋਂ ਬਾਹਰ ਨੰਦੇੜ ਦੀ ਧਰਤੀ ਤੇ ਵੀ ਤਾਂ ਰਹਿੰਦੇ ਨੇ ਸਿੱਖ, ਉਹਨਾਂ ਵੱਲ ਕੋਈ ਝਾਕਿਆ ਨਹੀਂ। ਦਿੱਲੀ ਵਾਲਿਆਂ ਨੂੰ ਗਲ ਵਿੱਚ ਟਾਇਰ ਪਾ ਪਾ ਮਾਰ ਦਿੱਤਾ। ਕਿਉਂ? ਕਿਉਂਕਿ ਸਾਧ ਸੰਗਤ ਉਹ ਹਥਿਆਰਾਂ ਤੋਂ ਹੀਣੇ ਸਨ। ਨੰਦੇੜ ਵੱਲ ਜਾਓ, ਗੁਰੂ ਕੇ ਪਿਆਰੇ ਸਿੰਘ ਤੁਹਾਨੂੰ ਮਿਲਣਗੇ ਜਿਹੜੇ ਸਾਧ ਸੰਗਤ ਦੀ ਸ਼ਸਤਰਾਂ ਬਸਤਰਾਂ ਨੂੰ ਬੜਾ ਪਿਆਰ ਕਰਦੇ। ਗੁਰੂ ਕੇ ਸ਼ਸਤਰ ਜਿਹੜੇ ਸਾਨੂੰ ਸਤਿਗੁਰੂ ਨੇ ਬਖਸ਼ੇ, ਸਹਿਬ ਸਰੋਹੀ ਸਹਿਤੀ ਜਹ ਹਮਾਰੇ ਪੀਰ, ਜਿਨ੍ਹਾਂ ਵਾਸਤੇ ਸਤਿਗੁਰੂ ਜੀ ਨੇ ਆਪਣੇ ਬਾਣੀ ਵਿੱਚ ਸ਼ਬਦ ਬਖਸ਼ੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਪਿਆਰਿਓ ਜਿਨ੍ਹਾਂ ਨੂੰ ਸ਼ਸਤਰਾਂ ਨੂੰ ਪੀਰ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਹੀ ਸਾਡੇ ਪੀਰ ਨੇ। ਸਾਧ ਸੰਗਤ ਜੀ ਪੰਡਤ ਕੇਸੋ ਰਾਮ ਨੂੰ ਸਮਝਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਕਹਿੰਦਾ ਸੀ ਦੇਵੀ ਪ੍ਰਗਟ ਕਰੋ ਫੇਰ ਜੰਗਾਂ ਯੁੱਧਾਂ ਜਿੱਤੋਗੇ। ਧਿਆਨ ਦੇਣਾ ਜਰਾ, ਇਕਾਗਰਤਾ ਬਣਾਓ। ਦੇਵੀ ਪ੍ਰਗਟ ਕਰੋ ਫੇਰ ਜੰਗਾਂ ਯੁੱਧਾਂ ਜਿੱਤੋਗੇ। ਉਸ ਵੇਲੇ ਆਖਿਆ ਜਿਹੜਾ ਤੈਨੂੰ ਸਮਾਨ ਚਾਹੀਦਾ ਲੈ ਜਾ ਕੇ ਤੂੰ ਜਿਹੜਾ ਕੁਝ ਵੀ ਕਰਨਾ ਚਾਹੁੰਦਾ ਕਰ ਲਾ, ਸਾਨੂੰ ਦੇਵੀ ਪ੍ਰਗਟ ਕਰਕੇ ਦਿਖਾ ਦੇ।
ਸਤਿਗੁਰੂ ਜੀ ਨੇ ਆਖਿਆ ਸੀ ਦੇਵੀ ਪ੍ਰਗਟ ਕਰਕੇ ਦਿਖਾ ਦੇ। ਸੰਗਤ ਜੀ ਉਸ ਵੇਲੇ ਇਹ ਜਾਂਦਾ ਹੈ ਨੈਣਾ ਦੇਵੀ ਵਾਲੇ ਸਥਾਨ ਤੇ। ਇਤਿਹਾਸ ਪੜ੍ਹ ਕੇ ਦੇਖੋ ਪਤਾ ਲੱਗੂਗਾ, ਕਿਉਂਕਿ ਆਨੰਦਪੁਰ ਸਾਹਿਬ ਦੇ ਲਾਗੇ ਹੀ ਹੈ, ਨੇੜੇ ਹੀ ਹੈ ਨਾ ਆਨੰਦਪੁਰ ਸਾਹਿਬ ਦੇ। ਉਸ ਥਾਂ ਤੇ ਜਾਂਦਾ ਹੈ, 6 ਮਹੀਨਿਆਂ ਦਾ ਟਾਈਮ ਮੰਗਿਆ, ਬਹੁਤ ਸਾਰੀ ਸਮੱਗਰੀ ਆਨੰਦਪੁਰ ਸਾਹਿਬ ਤੋਂ ਇਕੱਠੀ ਕਰਕੇ ਲੈ ਗਿਆ। ਸਤਿਗੁਰੂ ਕਹਿੰਦੇ ਜਿਹੜਾ ਕੁਝ ਮਰਜ਼ੀ ਲੈ ਜਾ, ਤੈਨੂੰ ਅਸੀਂ ਨਾ ਨਹੀਂ ਕਰਦੇ, ਜਿਹੜਾ ਕੁਝ ਵੀ ਤੈਨੂੰ ਚਾਹੀਦਾ ਬਸ ਲੈ ਜਾ। ਤੂੰ ਦੇਵੀ ਕਹਿਣਾ ਨਾ ਪ੍ਰਗਟ ਹੋਊਗੀ, ਫੇਰ ਤੁਸੀਂ ਜੰਗ ਯੁੱਧ ਜਿੱਤੋਗੇ, ਤੂੰ ਦੇਵੀ ਪ੍ਰਗਟ ਕਰ ਲੈ। 6 ਮਹੀਨੇ ਦਾ ਟਾਈਮ ਲਿਆ, ਬਹੁਤ ਕੁਝ ਕੀਤਾ, ਬੜੇ ਹਵਨ ਵਗੈਰਾ ਕੀਤੇ, ਸਾਧ ਸੰਗਤ ਜੀ ਬੜਾ ਕੁਝ ਕੀਤਾ, ਪਰ ਦੇਵੀ ਕਿੱਥੇ ਪ੍ਰਗਟ ਹੋਵੇ। 6 ਮਹੀਨੇ ਲੰਘ ਗਏ। ਮਹਾਰਾਜ ਜੀ ਨੇ ਸਿੰਘ ਭੇਜੇ, ਕਹਿੰਦੇ ਜਾਓ ਪੰਡਤ ਜੀ ਨੂੰ ਜਾ ਕੇ ਪੁੱਛੋ ਵੀ ਦੇਵੀ ਪ੍ਰਗਟ ਹੋਈ ਹੈ ਕਿ ਨਹੀਂ। ਸਿੰਘ ਗਏ, ਸਿੰਘਾਂ ਨੂੰ ਕਹਿੰਦਾ ਜੀ 3 ਮਹੀਨਿਆਂ ਦਾ ਟਾਈਮ ਹੋਰ ਦਿਓ, ਦੇਵੀ ਹਾਲੇ ਨਾਰਾਜ਼ ਹੋਈ ਹੋਈ ਹੈ। 3 ਮਹੀਨਿਆਂ ਦਾ ਟਾਈਮ ਹੋਰ ਲੈ ਲਿਆ, 3 ਮਹੀਨੇ ਵੀ ਲੰਘ ਗਏ। ਮਹਾਰਾਜ ਕਹਿੰਦੇ ਏਦਾਂ ਨਹੀਂ ਭਾਈ ਗੱਲ ਬਣਨੀ, ਆਪਣੇ ਵੱਲੋਂ ਦਿੱਤੀ ਹੋਈ ਸਮੱਗਰੀ ਵੀ ਉਹਨੇ ਸਾਰੀ ਬੇਅਰਥ ਲੰਘਾ ਦਿੱਤੀ ਹੈ, ਏਦਾਂ ਤਾਂ ਆਪਣਾ ਖਰਚਾ ਵੀ ਬੇਅਰਥ ਗਿਆ ਤੇ ਗੱਲ ਦਾ ਕੋਈ ਸਿੱਟਾ ਵੀ ਨਹੀਂ ਨਿਕਲਿਆ। ਚਲੋ ਆਪਾਂ ਆਪ ਚੱਲਦੇ। ਸਤਿਗੁਰੂ ਆਪ ਗਏ, ਸਿੰਘਾਂ ਸਮੇਤ ਸਤਿਗੁਰੂ ਆਪ ਗਏ। ਜਾ ਕੇ ਕੇਸੋ ਪੰਡਤ ਨੂੰ ਕਹਿੰਦੇ ਕਿਉਂ ਪੰਡਤ ਜੀ ਦੇਵੀ ਪ੍ਰਗਟ ਹੋਈ ਹੈ ਕਿ ਨਹੀਂ? ਜੰਗ ਯੁੱਧ ਨੇੜੇ ਆ ਰਹੇ ਆ, ਫੌਜਾਂ ਚੜ ਕੇ ਆ ਰਹੀਆਂ ਨੇ, ਦੇਵੀ ਜੇ ਛੇਤੀ ਪ੍ਰਗਟ ਕਰੋ, ਨਾ ਪ੍ਰਗਟ ਹੋਈ ਤੁਸੀਂ ਆਖਿਆ ਜੰਗ ਯੁੱਧ ਜਿੱਤਿਆ ਨਹੀਂ ਜਾਣਾ, ਕਰੋ ਪ੍ਰਗਟ। ਉਸ ਵੇਲੇ ਸਾਧ ਸੰਗਤ ਜੀ ਕੇਸੋ ਪੰਡਤ ਨੇ ਫਿਰ ਚਾਲ ਚੱਲੀ। ਕੀ ਚਾਲ ਚੱਲੀ? ਕਹਿੰਦਾ ਦੇਵੀ ਪ੍ਰਗਟ ਹੋ ਤਾਂ ਜਾਵੇ, ਪਰ ਤੁਹਾਨੂੰ ਨਰ ਬਲੀ ਦੇਣੀ ਪੈਣੀ ਹੈ, ਬੰਦੇ ਦੀ ਬਲੀ ਦੇਣੀ ਪੈਣੀ ਹੈ। ਕਿਉਂ ਕਿਹਾ? ਕਿਉਂਕਿ ਉਹ ਚਲਾਕ ਬਹੁਤ ਸੀ, ਉਹਨੂੰ ਲੱਗਦਾ ਸੀ ਬੰਦੇ ਦੀ ਬਲੀ ਇਹਨਾਂ ਦੇਣੀ ਨਹੀਂ, ਬੰਦੇ ਦੀ ਬਲੀ ਇਹਨਾਂ ਨੇ ਦੇਣੀ ਨਹੀਂ, ਆਪਾਂ ਕਹਿ ਦਾਂਗੇ ਤੁਸੀਂ ਬਲੀ ਨਹੀਂ ਦਿੱਤੀ ਤਾਈਓ ਦੇਵੀ ਨਹੀਂ ਪ੍ਰਗਟ ਹੋਈ। ਚਲਾਕ ਬਹੁਤ ਸੀ। ਗੁਰਮੁਖ ਪਿਆਰਿਓ, ਧਰਮ ਦੇ ਨਾਂ ਤੇ ਲੁੱਟਣ ਵਾਲੇ ਚਲਾਕ ਬਹੁਤ ਹੁੰਦੇ, ਧਰਮ ਦੇ ਨਾਂ ਤੇ ਲੁੱਟਣ ਵਾਲੇ ਚਲਾਕ ਬਹੁਤ ਹੁੰਦੇ ਆ। ਇਹਨਾਂ ਚਲਾਕ ਕਿਸਮ ਦੇ ਲੋਕਾਂ ਤੋਂ ਬਚੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੀਏ, ਗੁਰਬਾਣੀ ਆਪ ਪੜ੍ਹੀਏ, ਆਪ ਸਿੱਖਿਆ ਪ੍ਰਾਪਤ ਕਰੀਏ। ਤੇ ਸੰਗਤ ਜੀ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਇਹ ਕਿੱਡੀ ਗੱਲ ਹੈ, ਆਪਾਂ ਨਰ ਬਲੀ ਦੇ ਦਿੰਨੇ ਆ, ਕਿੱਡੀ ਕੁ ਗੱਲ ਹੈ। ਪੰਡਤ ਕਹਿੰਦਾ ਮੈਨੂੰ ਐ ਸੀ ਵੀ ਡਰ ਜਾਣਗੇ, ਇਹ ਤਾਂ ਡਰੇ ਨਹੀਂ, ਇਹ ਤਾਂ ਡਰੇ ਹੀ ਹਨ, ਡਰੇ ਨਹੀਂ। ਉਸ ਵੇਲੇ ਆਖਿਆ ਦਿਓ ਫਿਰ ਬਲੀ। ਮਹਾਰਾਜ ਕਹਿੰਦੇ ਕਿੱਡੀ ਕੁ ਗੱਲ ਹੈ ਕੇਸੋ ਪੰਡਤ ਜੀ, ਆਪਾਂ ਤੇਰੇ ਕੋਈ ਬਲੀ ਦੇ ਦਿੰਨੇ ਆ। ਤੇਰੀ ਜਦੋਂ ਬਲੀ ਦੇਤੀ ਤੁਹਾਡੇ ਕਹਿਣ ਅਨੁਸਾਰ ਦੇਵੀ ਹੋ ਜੂ ਪ੍ਰਗਟ, ਫਿਰ ਆਪਾਂ ਕੀ ਕਰਨਾ ਹੈ? ਅਸੀਂ ਹੋਰ ਕੁਝ ਮੰਗਦੀ ਨਹੀਂ, ਅਸੀਂ ਮੰਗਦੀ ਨਹੀਂ ਵੀ ਸਾਨੂੰ ਜੰਗ ਯੁੱਧ ਜਿਤਾ ਦੇ, ਅਸੀਂ ਬਸ ਇਹ ਮੰਗ ਲਾਂਗੇ, ਆਖਾਂਗੇ ਵੀ ਸਾਡਾ ਕੇਸੋ ਪੰਡਤ ਸਾਨੂੰ ਦੇਵੀ ਜੀ ਵਾਪਸ ਦੇ ਦਿਓ, ਤੈਨੂੰ ਫੇਰ ਜਿੰਦਾ ਕਰ ਦੂ, ਤੂੰ ਦੁਬਾਰਾ ਫੇਰ ਜਿੰਦਾ ਹੋ ਜਾਏਗਾ, ਆਪਾਂ ਤੇਰੇ ਕੋਈ ਬਲੀ ਦੇ ਦਿੰਨੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਉਹਨੂੰ ਉਹਦੀ ਚਾਲ ਵਿੱਚ ਹੀ ਫਸਾ ਲਿਆ। ਕਹਿੰਦਾ ਜੀ ਚਲੋ ਠੀਕ ਹੈ, ਫਿਰ ਮੈਂ ਦੇ ਦਿੰਨਾ ਬਲੀ। ਕਹਿੰਦਾ ਜੀ ਠੀਕ ਹੈ, ਦੇ ਦਿੰਨਾ ਬਲੀ। ਮਹਾਰਾਜ ਕਹਿੰਦੇ ਠੀਕ ਹੈ, ਸਾਡੀ ਸ੍ਰੀ ਸਭ ਤਿਆਰ ਹੈ, ਕਰ ਸਿਰ ਅੱਗੇ ਦੇ ਬਲੀ। ਕਹਿੰਦਾ ਜੀ ਏਦਾਂ ਨਹੀਂ, ਮੈਂ ਫਿਰ ਨਹਾ ਨੂੰ ਕੇ ਤਾਂ ਆਵਾਂ ਨਾ, ਤਿਆਰ ਤਾਂ ਹੋ ਕੇ ਆਵਾਂ ਨਾ, ਬਲੀ ਤੁਸੀਂ ਮੇਰੀ ਬਲੀ ਦੇਣੀ ਹੈ। ਕਿਰਿਆ ਸੋਧ ਕੇ ਚੰਗੀ ਤਰ੍ਹਾਂ ਨਹਾ ਕੇ ਗੰਗਾ ਜਲ ਦੇ ਨਾਲ ਜਦੋਂ ਮੈਂ ਨਹਾ ਕੇ ਆਇਆ ਨਾ, ਫੇਰ ਬਲੀ ਪ੍ਰਵਾਨ ਹੋਊ। ਹਾਲੇ ਤਾਂ ਮੇਰਾ ਸਰੀਰ ਹੈ ਜਿਹੜਾ ਪਲੀਤ ਹੋਇਆ ਹੋਇਆ, ਮੈਨੂੰ ਕਿਰਿਆ ਸੋਧ ਕੇ ਨਹਾ ਕੇ ਆਉਣ ਦੇ। ਜਿਹੜਾ ਕਹਿੰਦਾ ਸੀ ਦੇਵੀ ਬਿਨਾਂ ਤੁਹਾਡੇ ਤੋਂ ਜੰਗ ਨਹੀਂ ਜਿੱਤੀ ਜਾਣੀ, ਦੇਵੀ ਪ੍ਰਗਟ ਹੋਊ ਤੁਹਾਡੀ ਰੱਖਿਆ ਕਰੂ, ਉਸੇ ਨੇ ਤੁਹਾਡੀ ਰੱਖਿਆ ਕਰਨੀ ਹੈ। ਜਦੋਂ ਸਤਿਗੁਰਾਂ ਨੇ ਕਹਿ ਦਿੱਤਾ ਤੇਰੇ ਕੋਈ ਬਲੀ ਦੇ ਦਿੰਨੇ ਆ, ਕਿਰਿਆ ਸੋਧਣ ਦੇ ਬਹਾਨੇ ਉੱਥੋਂ ਭੱਜ ਗਿਆ। ਆਖੋ ਸਤਨਾਮ। ਨਹਾਉਣ ਦੇ ਬਹਾਨੇ ਭੱਜ ਗਿਆ ਉੱਥੋਂ। ਜਦੋਂ ਸਤਿਗੁਰਾਂ ਨੇ ਉਹਨੂੰ ਉਸੇ ਦੀ ਚਾਲ ਵਿੱਚ ਫਸਾ ਲਿਆ ਤੇ ਮਹਾਰਾਜ ਜੀ ਨੂੰ ਕਹਿੰਦਾ ਪਹਿਲਾਂ ਨਹਾ ਆਉਣ ਦੋ ਫੇਰ ਬਲੀ ਦੇਣੀ। ਸਮਾਂ ਲੰਘਿਆ। ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਸਿੰਘਾਂ ਨੂੰ ਕੇਸੋ ਪੰਡਤ ਆਈ ਨਹੀਂ ਮੁੜ ਕੇ, ਐਡਾ ਕਿੱਡਾ ਕਿਹਦਾ ਨਹਾਉਣ ਹੋ ਗਿਆ, ਕਿਤੇ ਇੱਥੋਂ ਗੰਗਾ ਤੇ ਤਾਂ ਨਹੀਂ ਨਹਾਉਣ ਵਗ ਗਿਆ, ਜਾ ਕੇ ਵੇਖੋ ਵਾਪਸ ਹੀ ਨਹੀਂ ਆਇਆ। ਚਲੇ ਗਏ। ਜਾ ਕੇ ਕਹਿੰਦੇ ਮਹਾਰਾਜ ਜਦੋਂ ਵਾਪਸ ਆਏ, ਕਹਿੰਦੇ ਸੱਚੇ ਪਾਤਸ਼ਾਹ ਕੇਸੋ ਪੰਡਤ ਦਾ ਹਰਨ ਸਿਉ ਹੋ ਗਿਆ, ਭੱਜ ਗਿਆ ਹੈ ਉਹ ਤਾਂ।
ਖੜਿਆ ਨਹੀਂ। ਤੇ ਗੁਰਮੁਖ ਪਿਆਰਿਓ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਵੀਰ ਰਸ ਵਿੱਚ ਆਏ। ਵੀਰ ਰਸ ਵਿੱਚ ਆ ਕੇ ਜਿੰਨੀ ਉੱਥੇ ਸਮੱਗਰੀ ਪਈ ਸੀ, ਸਮੱਗਰੀ ਜਿੰਨੀ ਪਈ ਸੀ ਸਾਰੀ ਚੁੱਕ ਕੇ ਉਹਦੇ ਹਵਨ ਕੁੰਡ ਦੇ ਵਿੱਚ ਸੁੱਟ ਦਿੱਤੀ। ਹਵਨ ਕੁੰਡ ਵਿੱਚ ਸੁੱਟੀ। ਸਮੱਗਰੀ ਸੁੱਟਣ ਦੇ ਨਾਲ ਫਿਰ ਵੱਡਾ ਸਾਰਾ ਭਾਂਬੜ ਨਿਕਲਿਆ। ਸਾਧ ਸੰਗਤ ਜੀ ਮੱਚਦੇ ਹੋਏ ਭਾਂਬੜ ਦੇ ਕੋਲ ਖੜ ਕੇ ਸਤਿਗੁਰਾਂ ਨੇ ਆਪਣੀ ਸਾਧ ਸੰਗਤ ਸੱਜੇ ਹੱਥ ਦੇ ਨਾਲ ਏਦਾਂ ਸ਼ਮਸ਼ੀਰ ਕੱਢੀ। ਸ਼ਮਸ਼ੀਰ ਕੱਢ ਕੇ ਆਖਿਆ, ਐ ਖਾਲਸਾ ਜੀ, ਕਿਸੇ ਦੇਵੀ ਦੀ ਆਸ ਵਿੱਚ ਨਾ ਰਹੋ ਕਿ ਦੇਵੀ ਪ੍ਰਗਟ ਹੋ ਕੇ ਤੁਹਾਡੀ ਮਦਦ ਕਰੂਗੀ। ਤੁਹਾਡੀ ਸਭ ਤੋਂ ਵੱਡੀ ਚੰਡੀ, ਸਭ ਤੋਂ ਵੱਡੀ ਭਗਉਤੀ ਆ ਸ੍ਰੀ ਸਾਹਿਬ ਹੈ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਸਭ ਤੋਂ ਵੱਡੀ ਚੰਡੀ, ਸਭ ਤੋਂ ਵੱਡੀ ਭਗਉਤੀ ਤੁਹਾਡੀ ਆ ਸ੍ਰੀ ਸਾਹਿਬ ਹੈ। ਜਿੰਨਾ ਚਿਰ ਤੁਹਾਡੇ ਕੋਲ ਇਹ ਹੈ, ਉਹਨਾਂ ਚਿਰ ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਭਾਵ ਤੁਸੀਂ ਆਪਦੀ ਰੱਖਿਆ ਆਪ ਕਰਨੀ ਹੈ। ਉਸ ਵੇਲੇ ਆਖਿਆ ਦੇਵੀ ਰੱਖਿਆ ਕਰਦੀ ਹੁੰਦੀ, ਫਿਰ ਪੰਡਤਾਂ ਵੇਲੇ ਕਿੱਥੇ ਗਈ ਸੀ ਜਦੋਂ ਧਰਮ ਤਬਦੀਲ ਹੋ ਰਿਹਾ ਸੀ। ਦੇਵੀ ਉਦੋਂ ਕਿੱਥੇ ਗਈ ਸੀ ਜਦੋਂ ਮੁਗਲਾਂ ਨੇ ਆ ਕੇ ਇੱਥੇ ਹਮਲੇ ਕੀਤੇ, ਲੁੱਟ ਖਸੁੱਟ ਕਰਕੇ ਵਾਪਸ ਮੁੜ ਜਾਂਦੇ ਸੀ, ਧੀਆਂ ਦੀ ਬੇਪੱਤੀ ਕਰਕੇ ਵਾਪਸ ਮੁੜ ਜਾਂਦੇ ਸੀ। ਮਹਾਰਾਜ ਕਹਿੰਦੇ ਦੇਵੀ ਉਦੋਂ ਕਿੱਥੇ ਸੀ ਜਦੋਂ ਮੁਗਲਾਂ ਨੇ ਆ ਕੇ ਇੱਥੇ ਤਖਤਾਂ ਤਾਜਾਂ ਨੂੰ ਰੋਲ ਦਿੱਤਾ ਤੇ ਆਪ ਤਖਤਾਂ ਤੇ ਬਹਿ ਗਏ। ਉਦੋਂ ਦੇਵੀ ਕਿੱਥੇ ਸੀ? ਇਸੇ ਲਈ ਕਿਸੇ ਦੇਵੀ ਦੀ ਆਸ ਵਿੱਚ ਨਾ ਰਹੋ। ਆ ਭਗਉਤੀ ਸ੍ਰੀ ਸਾਹਿਬ ਹੈ, ਇਸੇ ਨੂੰ ਸਿਮਰਿਆ ਕਰੋ, ਇਹੀ ਤੁਹਾਡੀ ਰੱਖਿਆ ਕਰੇਗੀ। ਤੇ ਬੀਬੀ ਸ਼ਰਨ ਕੌਰ ਜੀ ਨੇ ਵੀ ਉਸ ਵੇਲੇ ਫਿਰ ਇਸੇ ਭਗਉਤੀ ਨੂੰ ਸਿਮਰਿਆ। ਪਿਆਰਿਓ, ਸ੍ਰੀ ਸਾਹਿਬ ਕੱਢੀ, ਮੁਕਾਬਲਾ ਕੀਤਾ। ਮੁਕਾਬਲਾ ਕੀਤਾ ਤੇ ਸੰਗਤ ਜੀ 2-4 ਨੂੰ ਲਾਏ ਸੋਧੇ। ਹੁਣ ਕੱਲੀ ਬੀਬੀ ਇੰਨੇ ਸਾਧ ਸੰਗਤ ਜੀ ਜੰਗ ਦੇ ਮੈਦਾਨ ਵਿੱਚ ਹੁਣ ਕਿੰਨਾ ਕੁ ਜੂਝ ਸਕਦੀ ਹੈ। ਫੱਟ ਲੱਗੇ ਸਰੀਰ ਤੇ, ਸਾਧ ਸੰਗਤ ਜੀ ਧਰਤੀ ਤੇ ਡਿੱਗੀ। ਗੁੱਸੇ ਵਿੱਚ ਆਏ ਉਹ ਸਾਧ ਸੰਗਤ ਜੀ ਜਲਾਦ, ਗੁੱਸੇ ਵਿੱਚ ਆਏ, ਉਹਨਾਂ ਚੁੱਕ ਕੇ ਬੀਬੀ ਨੂੰ ਮੱਚਦੇ ਹੋਏ ਅੱਗ ਦੇ ਭਾਂਬੜ ਵਿੱਚ ਸੁੱਟ ਦਿੱਤਾ। ਆਖੋ ਸਤਨਾਮ। ਜਿੱਥੇ ਫਿਰ 40 ਉਹ ਸਿੰਘ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋਏ, ਉਹਨਾਂ ਦਾ ਅੰਗੀਠਾ ਜਲ ਰਿਹਾ ਸੀ। ਫਿਰ ਇਸੇ ਅੰਗੀਠੇ ਦੇ ਵਿੱਚ ਬੀਬੀ ਸ਼ਰਨ ਕੌਰ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਇੱਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਸਿਪਾਹੀ ਗੁੱਸੇ ਵਿੱਚ ਆ ਗਏ ਸੀ ਜਦੋਂ ਬੀਬੀ ਨੇ 2-4 ਨੂੰ ਸੋਧੇ ਲਾ ਦਿੱਤੇ। ਗੁੱਸੇ ਵਿੱਚ ਆ ਗਏ ਕਿਉਂਕਿ ਔਰਤ ਨੂੰ ਇਹ ਲੋਕ ਸਮਝਦੇ ਸੀ ਪੈਰ ਦੀ ਜੁੱਤੀ, ਮਰਦ ਨਾਲੋਂ ਘੱਟ ਸਮਝਦੇ ਨੇ। ਤੇ ਗੁਰਮੁਖ ਪਿਆਰਿਓ, ਜਦੋਂ 2-4 ਨੂੰ ਲਾਏ ਸੋਧੇ, ਬਹੁਤ ਗੁੱਸਾ ਆਇਆ। ਕਹਿੰਦੇ ਇਹਨਾਂ ਦੇ ਮਰਦ ਤਾਂ ਦਲੇਰ ਹੈ ਹੀ ਹੈ, ਔਰਤਾਂ ਵੀ ਬਹੁਤ ਦਲੇਰ ਆ। ਗੁੱਸਾ ਆਇਆ ਉਹਨਾਂ ਨੂੰ, ਮੱਚਦੀ ਹੋਈ ਅੱਗ ਵੀ ਉਹਨਾਂ ਨੇ ਬੁਝਾ ਦਿੱਤੀ ਸੀ। ਅੱਗ ਜਿਹੜੀ ਚੱਲ ਰਹੀ ਸੀ, ਅੱਗ ਬੁਝਾ ਦਿੱਤੀ। ਸਿੰਘਾਂ ਦੇ ਅੱਧੇ ਕੁ ਸਰੀਰ ਉਸ ਵੇਲੇ ਸੰਸਕਾਰ ਹੋ ਚੁੱਕਿਆ ਸੀ, ਅੱਧੇ ਜਲੇ ਸਰੀਰ ਰਹਿ ਗਏ ਸੀ। ਜਿਨ੍ਹਾਂ ਦਾ ਸਾਧ ਸੰਗਤ ਜੀ ਸੰਸਕਾਰ ਜਿਹੜਾ ਹੈ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਬਾਅਦ ਵਿੱਚ, ਬਹੁਤ ਬਾਅਦ ਵਿੱਚ ਕਰਦੇ ਨੇ, ਜਿਨ੍ਹਾਂ ਨੇ ਫਿਰ ਸਾਰਾ ਕੁਝ ਜਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਅਦ ਵਿੱਚ ਸਤਿਗੁਰੂ ਜੀ ਨੂੰ ਦੱਸਿਆ ਵੀ ਸੀ। ਜਾ ਕੇ ਆਪ ਜਾ ਕੇ ਇਹਨਾਂ ਨੇ ਦੱਸਿਆ ਸੀ ਸਤਿਗੁਰੂ ਜੀ ਨੂੰ ਜਾ ਕੇ, ਸੱਚੇ ਪਾਤਸ਼ਾਹ ਇਦਾਂ ਤੁਹਾਡੇ ਜਾਣ ਤੋਂ ਬਾਅਦ ਉੱਥੇ ਸਾਰਾ ਕੁਝ ਵਾਪਰਿਆ। ਇੱਕ ਰਾਮ ਸਿੰਘ ਭਾਈ, ਉਹਦਾ ਜ਼ਿਕਰ ਆਉਂਦਾ ਜਿਹੜੇ ਬੀਬੀ ਸ਼ਰਨ ਕੌਰ ਜੀ ਦੇ ਪਤੀ ਇਤਿਹਾਸਕਾਰਾਂ ਨੇ ਲਿਖਿਆ। ਇੱਕ ਰਾਮ ਸਿੰਘ, ਤਰਲੋਕ ਸਿੰਘ ਬਾਅਦ ਵਿੱਚ ਆਉਂਦੇ ਐ, ਜਿਨ੍ਹਾਂ ਸਾਧ ਸੰਗਤ ਜੀ ਅੱਧੇ ਜਲੇ ਹੋਏ ਸਰੀਰਾਂ ਦਾ ਫਿਰ ਪੂਰਾ ਸੰਸਕਾਰ ਕੀਤਾ। ਬਾਅਦ ਵਿੱਚ ਇੱਕ ਰਈਸ ਸਰਦਾਰ ਦਾ ਜ਼ਿਕਰ ਆਉਂਦਾ, ਭਾਈ ਦਿਆਲ ਸਿੰਘ ਜੀ, ਜਿਨ੍ਹਾਂ ਨੇ ਇੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਤੱਕ ਇਹ ਚਮਕੌਰ ਦੀ ਗੜੀ ਦਾ ਇਤਿਹਾਸ ਸਮਾਪਤ ਹੁੰਦਾ ਹੈ। ਕੱਲ ਆਪਾਂ ਸਾਧ ਸੰਗਤ ਦੀ ਇਹ ਬੇਨਤੀ ਕੀਤੀ ਸੀ ਕਿ ਇਦੋਂ ਬਾਅਦ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸ਼ੁਰੂ ਕਰਾਂਗੇ। ਤੇ ਪਿਆਰਿਓ, ਮੈਂ ਗੱਲ ਬੱਚਿਆਂ ਤੋਂ ਤਾਂ ਸ਼ੁਰੂ ਕੀਤੀ ਸੀ, ਅੱਜ ਆਪਾਂ ਉਹਨਾਂ ਬਾਬਿਆਂ ਦੀ ਗੱਲ ਕਰਨੀ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਪੂਰਨਿਆਂ ਤੇ ਜੇ ਕਿਤੇ ਸਾਡੇ ਬੱਚੇ ਚੱਲ ਪੈਣ, ਸਾਧ ਸੰਗਤ ਜੀ ਸਿੱਖ ਕੌਮ ਬੁਲੰਦੀਆਂ ਤੇ ਜਾ ਸਕਦੀ ਹੈ। ਸਿੱਖ ਕੌਮ ਬੁਲੰਦੀਆਂ ਤੇ ਜਾ ਸਕਦੀ ਹੈ ਜੇ ਸਾਡੇ ਬੱਚੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਪੈਣ। ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਆਪਾਂ ਸਾਰਾ ਇਤਿਹਾਸ ਵਾਚਿਆ ਹੈ। ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ, ਸਤਿਗੁਰੂ ਵੀ ਸਰਸਾ ਪਾਰ ਕਰ ਜਾਂਦੇ ਨੇ। ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਸਰਸਾ ਪਾਰ ਕਰ ਜਾਂਦੇ ਨੇ, ਪਰ ਧੰਨ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਇਹ ਸਰਸਾ ਪਾਰ ਨਹੀਂ ਕਰ ਪਾਉਂਦੇ, ਜਥੇ ਨਾਲੋਂ ਵਿਛੜ ਜਾਂਦੇ ਨੇ। 6 ਪੋਹ ਵਾਲੀ ਰਾਤ ਜਦੋਂ ਅਨੰਦਪੁਰ ਸਾਹਿਬ ਦਾ
ਕਿਲਾ ਛੱਡਦੇ ਨੇ ਸਤਿਗੁਰੂ ਜੀ। ਸਰਸਾ ਪਾਰ ਨਾ ਕਰ ਪਾਉਣ ਦੇ ਸਾਧ ਸੰਗਤ ਜੀ ਕਾਰਨ ਉਹ ਫਿਰ ਖੱਚਰ ਉਹਨਾਂ ਕੋਲ ਸੀ। ਸਰਸਾ ਦੇ ਕੰਢੇ ਕੰਢੇ ਫਿਰ ਅੱਗੇ ਵਧਣ ਲੱਗੇ, ਕਿਉਂਕਿ ਪਿੱਛੇ ਫੌਜਾਂ ਹਨ, ਘੇਰਾ ਸਾਧ ਸੰਗਤ ਜੀ ਉਹਨਾਂ ਨੇ ਪਿੱਛੇ ਦੀ ਆ ਕੇ ਪਾਇਆ ਹੋਇਆ ਸੀ, ਜੰਗ ਹੋ ਰਿਹਾ ਸੀ। ਵਿਛੜ ਗਏ, ਸਰਸਾ ਦੇ ਕੰਢੇ ਕੰਢੇ ਜਾਣ ਲੱਗੇ ਨੇ। ਅੱਜ ਇਹ ਐਸਾ ਸਫ਼ਰ ਹੈ ਜਿਹਦੀ ਮੰਜ਼ਿਲ ਹੀ ਕੋਈ ਨਹੀਂ। ਤੇ ਗੁਰੂ ਪਿਆਰਿਓ, ਧੰਨ ਮਾਤਾ ਗੁਜਰ ਕੌਰ ਜੀ ਜਾ ਰਹੇ ਨੇ, ਛੋਟੇ ਸਾਹਿਬਜ਼ਾਦੇ ਜਾ ਰਹੇ ਨੇ, ਦਾਦੀ ਜੀ ਦੇ ਨਾਲ ਨੇ ਤੇ ਪੁੱਛਦੇ ਨੇ, ਦਾਦੀ ਜੀ ਕਿੱਥੇ ਜਾ ਰਹੇ ਹਨ, ਕਿੱਥੇ ਕ ਜਾਣਾ ਹੈ, ਸਾਡੀ ਮੰਜ਼ਿਲ ਕਿੱਥੇ ਕ ਹੈ, ਸਵਾਲ ਪੁੱਛਦੇ ਨੇ। ਜਿਵੇਂ ਛੋਟੇ ਛੋਟੇ ਬੱਚਿਆਂ ਦੇ ਮਨ ਵਿੱਚ ਬਲਬਲੇ ਬਹੁਤ ਹੁੰਦੇ ਆ, ਤੇ ਪਿਆਰਿਓ ਪੁੱਛਦੇ ਰਹਿੰਦੇ ਨੇ, ਗੱਲ ਗੱਲ ਪੁੱਛਦੇ ਰਹਿੰਦੇ ਨੇ, ਆਹ ਗੱਲ ਕਿਵੇਂ ਹੋਈ ਆ, ਆਹ ਕੰਮ ਕਿਵੇਂ ਕਰਨਾ ਹੈ। ਤੇ ਉਸ ਵੇਲੇ ਸਾਧ ਸੰਗਤ ਜੀ ਧੰਨ ਮਾਤਾ ਗੁਜਰ ਕੌਰ ਜੀ ਨੂੰ ਵੀ ਸਾਹਿਬਜ਼ਾਦੇ ਪੁੱਛਦੇ ਹਨ, ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਤੈਨੂੰ ਦਾਦੀ ਜਾਵਾਂਗੇ, ਕਿਤੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ, ਕਿਤੇ ਨੂੰ ਦਾਦੀ ਜਾਵਾਂਗੇ, ਕਿੱਥੇ 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 ਨੂੰ ਦਾਦੀ ਜਾਵਾਂਗੇ, ਜਿੱਥੇ ਲੈ ਜਾਵੇ ਕਰਤਾਰ। ਧੰਨ ਮਾਤਾ ਗੁਜਰ ਕੌਰ ਜੀ ਨੇ ਫਿਰ ਅੱਗੋਂ ਜਵਾਬ ਦਿੱਤਾ ਸੀ, ਬੱਚਿਓ ਹੋਇਆ ਉਦਾਂ ਹੀ ਹੈ ਜਿੱਦਾਂ ਕਰਤਾਰ ਵਾਹਿਗੁਰੂ ਨੂੰ ਭਾਉਂਦਾ ਸੀ, ਅੱਗੇ ਵੀ ਉਹੀ ਹੋਣਾ ਜਿੱਦਾਂ ਕਰਤਾਰ ਵਾਹਿਗੁਰੂ ਨੂੰ ਭਾਏਗਾ। ਆਪਾਂ ਉੱਥੇ ਹੀ ਜਾਣਾ ਜਿੱਥੇ ਕਰਤਾਰ ਵਾਹਿਗੁਰੂ ਆਪਾਂ ਨੂੰ ਲੈ ਜਾਵੇ, ਜਿੱਥੇ ਲੈ ਜਾਵੇ ਕਰਤਾਰ, ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ, ਉੱਥੇ ਨੂੰ ਬੱਚਿਓ ਜਾਵਾਂਗੇ, ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਬੱਚਿਓ ਜਾਵਾਂਗੇ, ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਬੱਚਿਓ ਜਾਵਾਂਗੇ। ਧੰਨ ਮਾਤਾ ਗੁਜਰ ਕੌਰ ਜੀ ਡੋਲੇ ਉਦੋਂ ਨਹੀਂ ਸੀ ਜਦੋਂ ਪਤੀ ਦਾ ਕੱਟਿਆ ਸੀਸ ਵੇਖ ਲਿਆ। ਆਪਣੇ ਪੁੱਤ ਨੂੰ ਇੰਨੀ ਸ਼ਾਬਾਸ਼, ਇੰਨੀ ਹੱਲਾਸ਼ੇਰੀ ਦਲੇਰੀ ਦਿੱਤੀ, ਸਾਰੀ ਸਿੱਖ ਕੌਮ ਦਾ ਭਾਰ ਮੋਢਿਆਂ ਤੇ ਚੁੱਕ ਲਿਆ। ਅੱਜ ਉਮਰ ਲੰਮੇਰੀ ਹੋ ਗਈ ਹੈ, ਜ਼ਿੰਮੇਵਾਰੀਆਂ ਵੀ ਵੱਧ ਗਈਆਂ ਨੇ। ਪਤੀ ਕੋਲੋਂ ਵਿਛੜਿਆ ਸੀ ਤੇ ਪਿਆਰਿਓ ਪੁੱਤ ਨੂੰ ਇੰਨੀ ਹੱਲਾਸ਼ੇਰੀ ਦਿੱਤੀ ਸੀ, ਪੁੱਤ ਨੇ ਸਾਰੀ ਸਿੱਖ ਕੌਮ ਦਾ ਭਾਰ ਮੋਢਿਆਂ ਤੇ ਚੁੱਕ ਲਿਆ ਸੀ। ਤੇ ਪਿਆਰਿਓ ਅੱਜ ਸਮਾਂ ਆਇਆ, ਪੁੱਤ ਕੋਲੋਂ ਵਿਛੜ ਗਿਆ ਤੇ ਪੁੱਤਾਂ ਨੂੰ ਸਾਧ ਸੰਗਤ ਜੀ, ਪੁੱਤ ਦੇ ਪੁੱਤਾਂ ਦੀ ਜ਼ਿੰਮੇਵਾਰੀ ਮੋਢਿਆਂ ਤੇ ਆਈ, ਭਾਵ ਪੋਤਰਿਆਂ ਦੀ ਜ਼ਿੰਮੇਵਾਰੀ ਮੋਢਿਆਂ ਤੇ ਆ ਗਈ ਹੈ। ਤੇ ਮਾਂ ਗੁਜਰ ਕੌਰ ਜੀ ਡੋਲੇ ਨਹੀਂ ਆਖਿਆ, ਲਾਲੋ ਉਦਾਂ ਹੀ ਹੋਇਆ ਜਿੱਦਾਂ ਕਰਤਾਰ ਵਾਹਿਗੁਰੂ ਨੂੰ ਭਾਉਂਦਾ ਸੀ, ਅੱਗੇ ਵੀ ਉਦਾਂ ਹੀ ਹੋਏਗਾ ਜਿਵੇਂ ਨੂੰ ਭਾਏਗਾ, ਉੱਥੇ ਹੀ ਜਾਣਾ ਜਿੱਥੇ ਕਰਤਾਰ ਵਾਹਿਗੁਰੂ ਆਪਾਂ ਨੂੰ ਲੈ ਜਾਵੇ। ਧੰਨ ਮਾਤਾ ਜੀਤ ਕੌਰ ਜੀ ਜਦੋਂ ਸਾਧ ਸੰਗਤ ਜੀ ਅਕਾਲ ਚਲਾਣਾ ਕਰਦੇ ਨੇ, ਛੋਟੀ ਜੀ ਬਿਮਾਰੀ ਕਾਰਨ ਬਣਿਆ, ਕਿਉਂਕਿ ਜਾਣਾ ਤੇ ਸਭ ਨੇ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਜਿਹੜਾ ਪੈਦਾ ਹੋਇਆ ਇੱਕ ਦਿਨ ਖਤਮ ਹੋਏਗੀ ਹੋਏਗਾ, ਨਾਸ ਹੋਏਗਾ। ਤੇ ਸੰਗਤ ਜੀ ਉਸ ਵੇਲੇ ਮਾਤਾ ਜੀਤੋ ਜੀ ਨੇ ਜਦੋਂ ਅਕਾਲ ਚਲਾਣਾ ਕਰਨ ਲੱਗੇ ਨੇ, ਮਾਤਾ ਜੀਤੋ ਜੀ ਨੂੰ ਜੀ ਨੇ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਜੀ ਨੂੰ ਕੋਲ ਬੁਲਾਇਆ, ਕੋਲ ਬੁਲਾ ਕੇ ਆਪਣੀ ਗੋਦੀ ਵਿੱਚ ਪਾਏ ਹੋਏ ਫਤਿਹ ਸਿੰਘ ਨੂੰ ਸਾਧ ਸੰਗਤ ਜੀ ਮਾਂ ਗੁਜਰ ਕੌਰ ਜੀ ਦੀ ਝੋਲੀ ਵਿੱਚ ਪਾਇਆ, ਕਿਉਂਕਿ ਮਾਂ ਗੁਜਰ ਕੌਰ ਜੀ ਨੇ ਸਾਧ ਸੰਗਤ ਜੀ, ਧੰਨ ਮਾਤਾ ਜੀਤ ਕੌਰ ਜੀ ਨੇ ਮਾਂ ਗੁਜਰ ਕੌਰ ਜੀ ਦੀ ਗੋਦੀ ਵਿੱਚ ਫਤਿਹ ਸਿੰਘ ਨੂੰ ਪਾਇਆ, ਕਿਉਂਕਿ ਫਤਿਹ ਸਿੰਘ ਉਸ ਵੇਲੇ ਮਾਤਾ ਜੀਤੋ ਜੀ ਦੀ ਗੋਦੀ ਦੇ ਲਾਲ ਸਨ। ਮਾਤਾ ਜੀਤੋ ਜੀ ਨੂੰ ਤਾਂ ਉਹਨਾਂ ਨੇ ਵੇਖਿਆ ਵੀ ਨਹੀਂ, ਆਪਣੀ ਮਾਂ ਨੂੰ ਵੇਖਿਆ ਨਹੀਂ ਬਾਬਾ ਫਤਿਹ ਸਿੰਘ ਜੀ ਨੇ। ਗੋਦੀ ਵਿੱਚ ਪਾ ਕੇ ਆਖਿਆ, ਮਾਂ ਜੇ ਮੈਥੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਲੈ,
ਤੁਹਾਡੇ ਘਰ ਦੀ ਸੇਵਾ ਕਰਦਿਆਂ, ਤੁਹਾਡੇ ਪੁੱਤ ਦੀ ਸੇਵਾ ਕਰਦਿਆਂ, ਤੁਹਾਡੀ ਸੇਵਾ ਕਰਦਿਆਂ ਜੇ ਮੈਥੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰੀ ਮਾਂ। ਅੱਜ ਤੱਕ ਤੈਥੋਂ ਮੈਂ ਕੁਝ ਨਹੀਂ ਮੰਗਿਆ, ਤੁਹਾਡੇ ਘਰ ਦੀ ਸੇਵਾ ਕੀਤੀ ਹੈ, ਅੱਜ ਤੱਕ ਤੁਹਾਡੇ ਤੋਂ ਕੁਝ ਨਹੀਂ ਮੰਗਿਆ, ਪਰ ਇਸ ਵੇਲੇ ਮੈਂ ਕੁਝ ਮੰਗਣ ਲੱਗੀ ਆ, ਕਿਰਪਾ ਕਰੀ ਮੈਨੂੰ ਨਾ ਕਰੀ। ਕੀ ਮੰਗਿਆ? ਆਖਿਆ ਮੇਰੀ ਜਾਂਦੀ ਵਾਰ ਦੀ ਇੱਛਾ ਹੈ, ਮੈਂ ਤਾਂ ਚੱਲੀ ਆ, ਪਰ ਮੇਰੇ ਤੋਂ ਬਾਅਦ ਮੇਰੇ ਪੁੱਤਾਂ ਨੂੰ ਤੁਸੀਂ ਆਪ ਪਾਲਣਾ। ਮੇਰੇ ਤੋਂ ਬਾਅਦ ਤੁਸੀਂ ਮੇਰੇ ਪੁੱਤਾਂ ਨੂੰ ਸਿੱਖਿਆ ਦੇਣੀ, ਇਹਨਾਂ ਨੂੰ ਇੰਨੀ ਕੁ ਸਿੱਖਿਆ ਦੇਣੀ, ਇੰਨਾ ਪਰਪੱਕ ਕਰਿਓ, ਆਉਣ ਵਾਲੇ ਸਮੇਂ ਵਿੱਚ ਇਹ ਆਪਣੇ ਵੱਡ ਵਡੇਰਿਆਂ ਦਾ ਨਾਂ ਚਮਕਾ ਕੇ ਜਾਣ। ਇਹੋ ਜੀ ਸਿੱਖਿਆ ਇਹਨਾਂ ਨੂੰ ਬਖਸ਼ਿਓ, ਆਉਣ ਵਾਲੇ ਸਮੇਂ ਵਿੱਚ ਇਹ ਮੇਰਾ ਨਾਂ ਚਮਕਾ ਦੇਣ, ਲੋਕ ਆਖਣ ਇਹ ਮਾਤਾ ਜੀਤੋ ਦੇ ਪੁੱਤਰ ਨੇ। ਮੇਰੇ ਨਾਲ ਵਾਅਦਾ ਕਰ। ਧੰਨ ਮਾਤਾ ਗੁਜਰ ਕੌਰ ਜੀ ਨੇ ਉਸ ਵੇਲੇ ਹੱਥ ਫੜਿਆ ਮਾਤਾ ਜੀਤੋ ਜੀ ਦਾ, ਹੱਥ ਫੜ ਕੇ ਆਖਿਆ ਧੀਏ ਜਿੰਨਾ ਮੈਥੋਂ ਹੋ ਸਕਿਆ ਉਹਨਾਂ ਮੈਂ ਜ਼ਰੂਰ ਕਰਾਂਗੀ। ਮੈਂ ਤੇਰੇ ਲਾਲਾਂ ਨੂੰ ਆਪਣੇ ਹੱਥੀਂ ਪਾਲਾਂਗੀ। ਮੈਂ ਤੇਰੇ ਵਿਛੋੜਾ ਪੈ ਰਿਹਾ ਨਾ ਇਸ ਵੇਲੇ, ਜੋ ਅਟਲ ਸਚਾਈ ਹੈ ਮੌਤ ਰੂਪੀ ਫਰਿਸ਼ਤੇ ਦੀ, ਉਹ ਇਸ ਵੇਲੇ ਸਾਧ ਸੰਗਤ ਵਰਤ ਰਹੀ ਹੈ। ਤੇ ਜਾਂਦੀ ਵਾਰ ਦਾ ਫਿਰ ਵਾਅਦਾ ਲਿਆ ਸੀ ਮਾਤਾ ਗੁਜਰ ਕੌਰ ਜੀ ਤੋਂ, ਮਾਤਾ ਜੀਤੋ ਜੀ ਨੇ, ਨੂੰਹ ਨੇ ਆਪਣੀ ਸੱਸ ਤੋਂ, ਭਾਵ ਧੀ ਨੇ ਸਾਧ ਸੰਗਤ ਦੀ ਮਾਂ ਤੋਂ ਵਾਅਦਾ ਲਿਆ, ਮਾਂ ਮੇਰੇ ਨਾਲ ਵਾਅਦਾ ਕਰ। ਉਸ ਵੇਲੇ ਵਾਅਦਾ ਕੀਤਾ ਸੀ, ਵਾਅਦਾ ਹੈ ਤੇਰੇ ਨਾਲ ਜੀਤੋ ਮੇਰਾ, ਮੈਂ ਤੇਰੇ ਬੱਚਿਆਂ ਨੂੰ ਐਸੀ ਸਿੱਖਿਆ ਦੇਵਾਂਗੀ ਕਿ ਸੱਚਮੁੱਚ ਤੇਰਾ ਨਾਂ ਚਮਕਾ ਕੇ ਜਾਣਗੇ। ਇਹਨਾਂ ਨੂੰ ਐਸੀ ਸਿੱਖਿਆ ਮੈਂ ਦੇਣੀ ਹੈ, ਵੱਡ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਇਹ ਚੱਲਣਗੇ। ਤੇ ਉਸ ਵੇਲੇ ਸਾਧ ਸੰਗਤ ਜੀ ਹੁਣ ਆ ਜੋ ਸਮਾਂ ਆਇਆ ਹੈ, ਉਹ ਵਾਅਦਾ ਪੂਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਾਂ ਗੁਜਰ ਕੌਰ ਜੀ ਉਹ ਹੁਣ ਫਿਰ ਵਾਅਦਾ ਪੂਰਾ ਕਰਨ ਦੀ ਵਾਰੀ ਆ ਗਈ। ਸਮਾਂ ਆ ਗਿਆ ਹੈ ਹੁਣ ਉਹ ਕੀਤਾ ਹੋਇਆ ਵਾਅਦਾ ਪੂਰਾ ਕਰਨ ਦਾ। ਜਾ ਰਹੇ ਨੇ ਬੱਚੇ, ਪੁੱਛਦੇ ਨੇ ਤੇ ਮਾਤਾ ਜੀਤੋ ਜੀ ਦ੍ਰਿੜਤਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰ ਵਿੱਚ 80-82 ਸਾਲ ਦੀ ਉਮਰ ਹੋ ਚੁੱਕੀ ਹੈ। ਤੇ ਸਾਧ ਸੰਗਤ ਜੀ ਤਾਂ ਵੀ ਆਖ ਰਹੇ ਨੇ ਬੱਚਿਓ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਚਲਦੇ ਚਲਦਿਆਂ ਸਾਧ ਸੰਗਤ ਜੀ 7 ਪੋਹ ਦਾ ਦਿਨ ਜਿਹੜਾ ਹੈ ਸਾਰਾ ਦਿਨ ਚੱਲਦੇ ਰਹੇ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਭਿੱਜੇ ਹੋਏ ਕੱਪੜੇ ਨੇ, ਪੋਹ ਦਾ ਸਾਧ ਸੰਗਤ ਜੀ ਸਮਾਂ ਹੈ, ਭਿੱਜੇ ਹੋਏ ਕੱਪੜਿਆਂ ਦੇ ਨਾਲ ਜਾ ਰਹੇ ਨੇ। ਗੁਰਮੁਖ ਪਿਆਰਿਓ ਜਾਂਦੇ ਜਾਂਦਿਆਂ ਸ਼ਾਮਾਂ ਪੈ ਗਈਆਂ, ਸ਼ਾਮ ਦਾ ਸਮਾਂ ਆਇਆ, 7 ਪੋਹ ਦੀ ਰਾਤ ਪੈਣ ਲੱਗੀ। ਗੁਰਮੁਖ ਪਿਆਰਿਓ ਹੋਰ ਤਾਂ ਆਸੇ ਪਾਸੇ ਕੁਝ ਨਹੀਂ ਸਾਧ ਸੰਗਤ ਦਿਸਿਆ, ਫਿਰ ਇੱਕ ਛੱਪਰੀ ਨਜ਼ਰ ਆਈ। ਇਹ ਛੱਪਰੀ ਕਿਹਦੀ ਹੈ? ਭਾਈ ਕੁੰਮਾ ਮਾਸ਼ਕੀ ਜੀ, ਬਾਬਾ ਕੁੰਮਾ ਮਾਸ਼ਕੀ ਜੀ ਦੀ ਇਹ ਸਾਧ ਸੰਗਤ ਛੱਪਰੀ ਹੈ, ਜਿਹੜਾ ਕਿ ਬੇੜੀ ਰੋਡ ਦਾ ਇਸ ਸਾਧ ਸੰਗਤ ਜੀ ਬਰਸਾਤੀ ਨਾਲੇ ਦੇ ਵਿੱਚ, ਸਰਸਾ ਨਦੀ ਦੇ ਵਿੱਚ, ਸਰਸਾ ਨਦੀ ਵਿੱਚ ਆਉਣ ਵਾਲਿਆਂ ਨੂੰ ਇਹ ਸਾਧ ਸੰਗਤ ਜੀ ਇਧਰੋਂ ਉਧਰ ਲੈ ਕੇ ਜਾਂਦਾ, ਉਧਰੋਂ ਇੱਧਰ ਲੈ ਕੇ ਆਉਂਦਾ ਹੈ। ਇਹ ਬੇੜੀ ਵੀ ਚਲਾਉਂਦਾ ਹੁੰਦਾ ਸੀ ਤੇ ਮੱਛੀਆਂ ਫੜਨ ਦਾ ਕੰਮ ਵੀ ਕਰਦਾ ਸੀ, ਤਾਈਓ ਇਹਨੂੰ ਕੁੰਮਾ ਮਾਸ਼ਕੀ ਜੀ ਵੀ ਕਹਿੰਦੇ ਨੇ, ਕੁੰਮਾ ਮਾਸ਼ਕੀ ਜੀ। ਤੇ ਪਿਆਰਿਓ ਇਹਦੀ ਇਹ ਝੌਂਪੜੀ ਹੈ, ਛੱਪਰੀ ਹੈ, ਛੋਟੀ ਜੀ ਪਾਈ ਹੋਈ, ਇਹ ਨਜ਼ਰੀ ਪਈ, ਇਸ ਕੋਲ ਜਾ ਕੇ ਫਿਰ ਆਵਾਜ਼ ਮਾਰੀ। ਧੰਨ ਮਾਤਾ ਗੁਜਰ ਕੌਰ ਜੀ। ਵੇਖੋ ਪਿਆਰਿਓ ਕਿਲੇ ਬੰਗਲਿਆਂ ਵਿੱਚ ਰਹਿਣ ਵਾਲੇ, ਕਿਲੇ ਬੰਗਲਿਆਂ ਦੇ ਮਾਲਕ ਧੰਨ ਮਾਤਾ ਗੁਜਰ ਕੌਰ ਜੀ ਅੱਜ ਇੱਕ ਛੱਪਰੀ ਦੇ ਸਾਹਮਣੇ ਖੜੇ ਆ ਆਪਣੇ ਛੋਟੇ ਛੋਟੇ ਲਾਲਾਂ ਨੂੰ ਲੈ ਕੇ। ਸਮਾਂ ਵੇਖੋ ਕੈਸਾ ਆ ਗਿਆ, ਸਰਬੱਤ ਦਾ ਭਲਾ ਕਰਦੇ ਕਰਦਿਆਂ ਹਾਲਾਤ ਕੈਸੇ ਬਣ ਗਏ ਨੇ। ਡੋਲੇ ਭਾਵੇਂ ਨਹੀਂ ਪਰ ਹਾਲਾਤ ਵੇਖੋ ਕੀ ਬਣ ਗਏ। ਮਹਿਲਵਾੜੀਆਂ ਵਿੱਚ, ਕਿਲੇ ਬੰਗਲਿਆਂ ਵਿੱਚ ਰਹਿਣ ਵਾਲੀ ਮਾਂ ਗੁਜਰ ਕੌਰ ਅੱਜ ਇੱਕ ਛੱਪਰੀ ਦੇ ਸਾਹਮਣੇ ਖੜ ਕੇ ਕਹਿ ਰਹੀ ਹੈ, ਛੱਪਰੀ ਦਿਆ ਮਾਲਕਾ ਵੇ ਬਾਹਰ ਆ, ਸਾਡੀ ਗੱਲ ਸੁਣ, ਅਸੀਂ ਰਾਤ ਕੱਟਣ ਵਾਸਤੇ ਆਏ ਆ, ਸਾਨੂੰ ਇੱਕ ਰਾਤ ਕਟਾ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੱਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ, ਛੱਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ, ਛੱਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ,
ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। 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 ਰਾਤ ਕੱਟਣ ਲਈ ਆਏ। ਉਹ ਰਾਹੀ ਰਾਤ ਕੱਟਣ ਲਈ ਆਏ। ਰਾਹੀ ਰਾਤ ਕੱਟਣ ਲਈ ਆਏ। ਰਾਹੀ ਰਾਤ ਕੱਟਣ ਲਈ ਆਏ। ਰਾਤ ਕੱਟਣ ਲਈ ਆਏ। ਰਾਹੀ ਰਾਤ ਕੱਟਣ ਲਈ ਆਏ। ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਛਪਰੀ ਦਿਆ ਮਾਲਕਾ ਵੇ ਰਾਹੀ ਰਾਤ ਕੱਟਣ ਲਈ ਆਏ। ਕੁੰਮਾ ਮਾਸਕੀ ਜੀ ਦੀ ਛਪਰੀ ਦੇ ਸਾਹਮਣੇ ਖੜ ਕੇ ਧੰਨ ਮਾਤਾ ਗੁਜਰ ਕੌਰ ਜੀ ਜਿਹੜੇ ਕਿਲੇ ਬੰਗਲਿਆਂ ਦੇ ਮਾਲਕ ਨੇ, ਮਹਿਲਾਂ ਵਾੜੀਆਂ ਵਿੱਚ ਰਹਿਣ ਵਾਲੇ, ਅੱਜ ਐਸੇ ਹਾਲਾਤ ਬਣ ਗਏ ਨੇ। ਮਨ ਭਾਵੇਂ ਅਡੋਲ ਹੈ, ਦ੍ਰਿੜ ਹੈ ਇਰਾਦਾ, ਵਾਹਿਗੁਰੂ ਦੇ ਸ਼ੁਕਰ ਵਿੱਚ ਹਨ, ਭਾਣੇ ਵਿੱਚ ਹਨ, ਪਰ ਸਮਾਂ ਐਸਾ ਆ ਗਿਆ ਮਹਿਲਾ ਬਾੜੀਆਂ ਵਿੱਚ ਰਹਿਣ ਵਾਲੀ ਮਾਂ ਅੱਜ ਛਪਰੀ ਦੇ ਸਾਹਮਣੇ ਪੋਤਿਆਂ ਨੂੰ ਲੈ ਕੇ ਖੜੀ ਹੈ। ਕਹਿ ਰਹੀ ਹੈ, ਛਪਰੀ ਦਿਆ ਮਾਲਕਾ ਬਾਹਰ ਆ ਭਾਈ, ਰਾਹੀ ਹਾਂ ਰਾਤ ਕੱਟਣ ਦੇ ਲਈ ਆਏ, ਰਾਤ ਕਟਵਾ ਦੇ। ਤੇ ਸੰਗਤ ਜੀ, ਕੁੰਮਾ ਮਾਸਕੀ ਜੀ ਨੇ ਆਵਾਜ਼ ਸੁਣੀ, ਅੱਗੋਂ ਜਵਾਬ ਦੇ ਦਿੱਤਾ, ਮੇਰੇ ਕੋਲ ਇਹੀ ਛਪਰੀ ਹੈ, ਇਹਦੇ ਵਿੱਚ ਮੈਂ ਵੀ ਰਹਿਣਾ ਹੁੰਦਾ ਹੈ, ਮੇਰੇ ਕੋਲ ਹੋਰ ਜਗ੍ਹਾ ਹੈ ਨਹੀਂ, ਚਲੇ ਜਾਓ, ਅੱਗੇ ਚਲੇ ਜਾਓ। ਜਵਾਬ ਦਿੱਤਾ। ਬਾਬਾ ਫਤਿਹ ਸਿੰਘ ਜੀ ਬੋਲ ਪਏ। ਜਿੱਥੇ ਕੋਮਲ ਚਿਹਰਾ ਸੀ ਉੱਥੇ ਬੜੀ ਕੋਮਲ ਆਵਾਜ਼ ਸੀ ਬਾਬਾ ਫਤਿਹ ਸਿੰਘ ਜੀ ਦੀ। ਬੜੀ ਕੋਮਲ ਆਵਾਜ਼ ਦੇ ਨਾਲ ਜਦੋਂ ਸਾਧ ਸੰਗਤ ਜੀ ਆਵਾਜ਼ ਮਾਰੀ, ਫਿਰ ਬਾਬਾ ਕੁੰਮਾ ਮਾਸਕੀ ਜੀ ਤੁਰਿਆ ਨਾ ਗਿਆ। ਬਾਹਰ ਆਏ ਤੇ ਗੁਰਮੁਖ ਪਿਆਰਿਓ, ਬਾਹਰ ਆ ਕੇ ਜਦੋਂ ਤੱਕਿਆ ਨਾ, ਇੱਕ ਬਜ਼ੁਰਗ ਮਾਤਾ ਹੈ, ਦੋ ਛੋਟੇ ਛੋਟੇ ਸਾਧ ਸੰਗਤ ਸਾਹਿਬਜ਼ਾਦੇ, ਛੋਟੇ ਲਾਲ ਛੋਟੇ ਬੱਚੇ ਨੇ। ਜਦੋਂ ਬੱਚਿਆਂ ਦੇ ਚਿਹਰਿਆਂ ਨੂੰ ਤੱਕਿਆ, ਸਾਹਿਬਜ਼ਾਦਿਆਂ ਦੇ ਚਿਹਰਿਆਂ ਨੂੰ ਤੱਕਿਆ, ਉਹਨਾਂ ਦੇ ਸਾਧ ਸੰਗਤ ਚਿਹਰਿਆਂ ਤੋਂ ਰੂਹਾਨੀਅਤ ਦੇ ਨੂਰ ਨੂੰ ਝਲਕਦੇ ਹੋਇਆਂ ਵੇਖਿਆ, ਮਨ ਨੂੰ ਠੰਡਕ ਪੈ ਗਈ। ਨਾਲੇ ਆਪਦੇ ਆਪ ਨੂੰ ਕੋਸਿਆ ਵੀ ਇਹਨਾਂ ਨੂੰ ਜਵਾਬ ਕਿਉਂ ਦੇਣ ਲੱਗਿਆ ਸੀ। ਅੰਦਰ ਬਿਠਾਇਆ, ਪੁੱਛਗਿੱਛ ਕੀਤੀ, ਪਤਾ ਲੱਗਿਆ ਇਹ ਮਾਤਾ ਕੋਈ ਆਮ ਮਾਤਾ ਨਹੀਂ, ਇਹ ਮਾਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਂ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਿਲ ਹਨ। ਗੁਰਮੁਖ ਪਿਆਰਿਓ, ਬਾਬਾ ਕੁੰਮਾ ਮਾਸਕੀ ਜੀ ਦਾ ਅਸਲ ਨਾਂ ਹੈ ਕਰੀਮ ਬਖਸ਼। ਕਈ ਇਤਿਹਾਸਕਾਰ ਲਿਖਦੇ ਨੇ ਇਹ ਕਰੀਮ ਬਖਸ਼ ਧੱਕੇ ਨਾਲ ਬਣਾਇਆ ਗਿਆ ਸੀ, ਧਰਮ ਇਹਦਾ ਤਬਦੀਲ ਕਰ ਦਿੱਤਾ ਸੀ। ਅਸਲ ਨਾਂ ਇਹਦਾ ਸੀ ਕਰਮੂ ਝੀਵਰ। ਕਰਮੂ ਝੀਵਰ ਇਹਦਾ ਅਸਲੀ ਨਾਂ ਸੀ। ਜਦੋਂ ਔਰੰਗਜ਼ੇਬ ਨੇ ਜ਼ੁਲਮ ਢਾਏ, ਧਰਮ ਤਬਦੀਲ ਕਰਵਾਏ, ਉਦੋਂ ਕਰਮੂ ਝੀਵਰ ਤੋਂ ਇਹਦਾ ਧਰਮ ਤਬਦੀਲ ਕਰਵਾ ਕੇ ਕਰੀਮ ਬਖਸ਼ ਕਰ ਦਿੱਤਾ ਸੀ, ਮੁਹੰਮਦ ਕਰੀਮ ਬਖਸ਼। ਤੇ ਸੰਗਤ ਜੀ, ਹੁਣ ਇਹ ਅੰਦਰੋਂ ਤਾਂ ਹਿੰਦੂ ਧਰਮ ਦਾ ਹੀ ਹੈ ਨਾ, ਕਰਮੂ ਝੀਵਰ। ਆਨੰਦਪੁਰ ਸਾਹਿਬ ਜਿਹੜੀ ਸੰਗਤ ਆਉਂਦੀ ਸੀ, ਦਰਿਆ ਪਾਰ ਕਰਕੇ, ਸਰਸਾ ਨਦੀ ਪਾਰ ਕਰਕੇ ਜਾਂਦੀ ਸੀ, ਉਹਨਾਂ ਨੂੰ ਇਹ ਦਰਿਆ ਪਾਰ ਕਰਾਉਂਦਾ ਰਹਿੰਦਾ ਸੀ। ਸੰਗਤ ਤੋਂ ਗੁਰੂ ਦੇ ਬਚਨਾਂ ਦੇ ਗੁਰੂ ਜੀ ਦੇ ਬਚਨ ਵੀ ਸੁਣਦਾ ਰਹਿੰਦਾ ਸੀ। ਗੁਰੂ ਪਿਆਰਿਆਂ ਦੀ ਸੰਗਤ ਇਹਨੂੰ ਪ੍ਰਾਪਤ ਸੀ ਤੇ ਗੁਰੂ ਸਾਹਿਬ ਦੀ ਮਹਿਮਾ ਵੀ ਬਹੁਤ ਸੁਣੀ ਹੋਈ ਸੀ। ਬਾਬਾ ਕੁੰਮਾ ਮਾਸਕੀ ਜੀ ਨੇ ਬੜੀ ਮਹਿਮਾ ਇਹਨੇ ਸਾਧ ਸੰਗਤ ਸੁਣੀ ਹੋਈ ਸੀ। ਪਿਆਰਿਓ, ਉਸ ਵੇਲੇ ਜਦੋਂ ਪਤਾ ਲੱਗਿਆ ਹੈ, ਸਾਰੀ ਗੱਲਬਾਤ ਦਾ ਜਦੋਂ ਪਤਾ ਲੱਗਿਆ ਤੇ ਧਾਹਾਂ ਮਾਰ ਕੇ ਰੋਣ ਲੱਗਿਆ ਬਾਬਾ ਕੁੰਮਾ ਮਾਸਕੀ ਜੀ।
ਤੇ ਉਸ ਵੇਲੇ ਸਾਧ ਸੰਗਤ ਜੀ ਫਿਰ ਸ਼ਾਮ ਦਾ ਵੇਲਾ ਹੈ, ਸਤਪੋਹ ਦੀ ਰਾਤ ਹੈ, ਤੇ ਗੁਰਮੁਖ ਪਿਆਰਿਓ ਬਾਬਾ ਕੁੰਮਾ ਮਾਸਕੀ ਜੀ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਤੁਸੀਂ ਇੱਥੇ ਠਹਿਰੋ, ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਲੈ ਕੇ ਆਉਣਾ। ਫਿਰ ਇੱਕ ਮਾਈ ਦਾ ਜ਼ਿਕਰ ਆਉਂਦਾ ਹੈ, ਮਾਈ ਲక్ష్ਮੀ ਜੀ, ਲక్ష్ਮੀ ਬ੍ਰਾਹਮਣੀ ਜੀ ਨੂੰ ਸਾਧ ਸੰਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜੀ ਤੋਂ ਫਿਰ ਬਾਬਾ ਕੁੰਮਾ ਮਾਸਕੀ ਜੀ ਪ੍ਰਸ਼ਾਦਾ ਬਣਾ ਕੇ ਲੈ ਕੇ ਆਏ ਸੀ ਛਕਾਉਣ ਵਾਸਤੇ। ਬਾਬਾ ਕੁੰਮਾ ਮਾਸਕੀ ਜੀ ਸਾਧ ਸੰਗਤ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਚਲੇ ਜਾਂਦੇ ਨੇ, ਤੇ ਇਧਰੋਂ ਫਿਰ ਹੁਣ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਸਾਧ ਸੰਗਤ ਜੀ ਬੱਚਿਆਂ ਨੇ। ਧੰਨ ਮਾਤਾ ਗੁਜਰ ਕੌਰ ਜੀ ਨੂੰ ਸਾਧ ਸੰਗਤ ਜੀ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਨੇ ਛੋਟੇ ਸਾਹਿਬਜ਼ਾਦਿਆਂ ਨੇ, ਕਿਉਂਕਿ ਬੱਚਿਆਂ ਦਾ ਸੁਭਾਅ ਹੁੰਦਾ ਹੈ ਵੱਡਿਆਂ ਨੂੰ ਕੋਈ ਨਾ ਕੋਈ ਸਵਾਲ ਕਰਦੇ ਰਹਿੰਦੇ ਨੇ। दादी से बोले हमारे सिपाही किधर गए, जोगी अल्लाह यार खां जी लिखते ने। साध संगत जी दो कवितावां इन्हां ने लिखियां ने, गंजे शहीदां वड्डे साहिबजादियां दी साध संगत जी याद दे विच, जिन्हों कौमी कविता का खिताब सिख कौम ने दिता होया। साडी कौमी कविता एक मुसलमान वीर ने लिखी हुई है, सिख कौम की कौमी कविता शहीदान ए वफा। ये साध संगत जी ये जिहड़ी कविता है ये छोटे साहिबजादियां दी याद विच जोगी अल्लाह यार खां जी ने लिखी है। वो लिखते ने, दादी से बोले हमारे सिपाही किधर गए, दरिया पे छोड़ के हमको राही किधर गए, तड़पा के हाय सूरत माही किधर गए, अब्बा भगा के लश्करे शाही किधर गए, भाई भी हमको भूल गए शौके जंग में। उन्होंने जंग का बहुत शौक सी वड्डे साहिबजादियां नूं। भाई भी हमको भूल गए शौके जंग में, अपना ख्याल तक नहीं जो के तो फंग में। जोगी अल्लाह यार खां जी लिखते ने, दादी नूं पुछदे ने किधर गए राही साडे, किधर गए साडे भराता। ਇੰਨੇ ਹੀ ਜੰਗ ਦੇ ਵਿੱਚ ਉਹਨਾਂ ਨੂੰ ਜੰਗ ਲੜਨ ਦਾ ਸ਼ੌਂਕ ਚੜ ਗਿਆ, ਸਾਨੂੰ ਵੀ ਭੁੱਲ ਗਏ। ਸ਼ਾਹੀ ਫੌਜਾਂ ਦੇ ਨਾਲ ਗੁਰੂ ਪਿਤਾ ਜੀ ਨੇ ਯੁੱਧ ਹੁਣ ਲੜ ਰਹੇ ਨੇ, ਕਿਉਂਕਿ ਪਤਾ ਸੀ ਪਿੱਛੋਂ ਫੌਜਾਂ ਚੜ ਕੇ ਆ ਗਈਆਂ ਨੇ। ਅੱਬਾ ਨੇ ਹੁਣ ਤੱਕ, ਭਾਵ ਪਿਤਾ ਗੁਰੂ ਜੀ ਨੇ ਹੁਣ ਤੱਕ ਫੌਜਾਂ ਨੂੰ ਪਿੱਛੇ ਭਜਾ ਕੇ ਸਾਡੇ ਕੋਲ ਆਏ ਕਿਉਂ ਨਹੀਂ। ਦਾਦੀ ਜੀ ਕਿੱਧਰ ਗਏ ਸਾਡੇ ਨਾਲ ਜਿਹੜੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਛੱਡਿਆ ਸੀ। दादी जी ने उस वेले कोई जवाब ना दिता। उस वेले फिर आपस विच गल्लां करन लगे। जोगी अल्लाह जार खां जी लिखते ने, जब रन अजीत जीत के तशरीफ लाएंगे, कहंदे जदों वड्डे भराता जी अजीत सिंह आउणगे ना, अब्बा के साथ जिस घड़ी जुझार आएंगे। साडे भराता अजीत ते जुझार जिस वेले साडे कोल जंग जित के आउणगे ना, आपस विच गल्लां करदे ने छोटे साहिबजादे। अब्बा के साथ जिस घड़ी जुझार आएंगे, करके गिला हर एक से हम रूठ जाएंगे। कहंदे असीं बुलाउणा ही नहीं, रुस जाना है। क्यों? क्योंकि वो सानू भुल गए, सानू अपने नाल नहीं उन्हां ने रखिया है। संगत जी, करके गिला हर एक से हम रूठ जाएंगे, माता कवि पिता कवि भाई हमें मनाएंगे। गले लगाकर हमेंगे कहेंगे, गले लगाकर हमको कहेंगे वो बार बार, मान जाओ पर हम नहीं मानेंगे जिनहार। गुरमुख प्यारे उस वेले आख्या, जित के आउणगे अजीत ते जुझार। आपस विच गल्लां करदे ने साहिबजादे, जित के आउणगे साहिब साडे वड्डे भराता, जंग जित के जदों उन्हां ने वापस आउणा है, ਅਸੀਂ ਉਹਨਾਂ ਨਾਲ ਰੁੱਸ ਜਾਣਾ ਹੈ। ਫਿਰ ਸਾਨੂੰ ਸਾਰੇ ਮਨਾਉਣਗੇ ਤੇ ਅਸੀਂ ਕਿਸੇ ਦੇ ਨਾਲ ਫਿਰ ਬੋਲਣਾ ਨਹੀਂ, ਕਿਸੇ ਦੇ ਨਾਲ ਵੀ ਬੋਲਣਾ ਨਹੀਂ, ਰੁੱਸ ਜਾਣਾ ਹੈ। ਰੁੱਸ ਕੇ ਉਹਨਾਂ ਤੋਂ ਫਿਰ ਦੁਬਾਰਾ ਇਹ ਵੀ ਨਹੀਂ ਆ ਵੀ ਬੁਲਾਉਣਾ ਨਹੀਂ, ਬੁਲਾਵਾਂਗੇ ਪਰ ਉਹਨਾਂ ਤੋਂ ਇੱਕ ਵਾਅਦਾ ਲਵਾਂਗੇ, ਇਕਰਾਰ ਕਰਾਂਗੇ ਵੀ ਇਦਾਂ ਕਿਤੇ ਸਾਨੂੰ ਦੁਬਾਰਾ ਇਕੱਲਿਆਂ ਨੂੰ ਛੱਡ ਕੇ ਤੁਸੀਂ ਜਾਓਗੇ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਸ ਵਿੱਚ ਗੱਲਾਂ ਕਰਦੇ ਨੇ। ਆਪਸ ਵਿੱਚ ਜਦੋਂ ਗੱਲਾਂ ਕਰ ਰਹੇ ਸੀ ਤੇ ਪਿਆਰਿਓ ਉਸ ਵੇਲੇ ਧੰਨ ਮਾਤਾ ਗੁਜਰ ਕੌਰ ਜੀ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ, ਕੋਲ ਬੈਠੇ ਸੁਣ ਰਹੇ ਨੇ। ਸੁਣੀਆਂ ਜਦੋਂ ਸਾਧ ਸੰਗਤ, ਦਾਦੀ ਨੇ ਦੋਵਾਂ ਬੱਚਿਆਂ ਦੀਆਂ ਸਾਧ ਸੰਗਤ ਗੱਲਾਂ ਨੂੰ ਸੁਣਿਆ
ਅੰਦਰੋਂ ਹੁਣ ਇੱਕ ਦੇਖੋ ਮਾਂ ਹੈ, ਪੁੱਤ ਦੇ ਪੁੱਤ ਕੋਲ ਹਨ, ਅੰਦਰੋਂ ਆਵਾਜ਼ ਤਾਂ ਦੇਖੋ ਨਿਕਲਦੀ ਹੈ ਨਾ, ਦਰਦ ਤਾਂ ਹੈ ਹੀ ਹੈ ਨਾ। ਚੜ੍ਹਦੀ ਕਲਾ ਵਿੱਚ ਭਾਵੇਂ ਹਨ, ਦਰਦ ਜਿਹੜਾ ਹੈ ਵਿਛੋੜੇ ਦਾ ਉਹ ਤੇ ਦਿਲ ਵਿੱਚ ਹੈ ਹੀ ਹੈ ਨਾ। ਉਸ ਵੇਲੇ ਠੰਡੀ ਵਗਦੀ ਹੋਈ ਹਵਾ ਨੂੰ ਅੰਦਰੋਂ ਆਵਾਜ਼ ਮਾਰਦੇ ਨੇ, ਧੰਨ ਮਾਤਾ ਗੁਜਰ ਕੌਰ ਜੀ, ਐ ਹਵਾਏ ਤੂੰ ਹੀ ਸੁਨੇਹਾ ਦੇ ਦੇ, ਮੇਰਾ ਪੁੱਤ ਕਿੱਥੇ ਹੈ, ਆਖੋ ਸਤਨਾਮ। ਆਓ, ਆਪਣਾ ਸਮਾਂ ਵੀ ਪੂਰਾ ਹੋ ਗਿਆ ਹੈ। ਅੱਜ ਦਾ ਇਤਿਹਾਸ ਆਪਾਂ ਇੱਥੇ ਸਮਾਪਤ ਕਰਾਂਗੇ। ਆ ਇੱਕੋ ਕਵਿਤਾ ਪੜ੍ਹ ਆਪਾਂ ਸਮਾਪਤੀ ਕਰੀਏ। ਧੰਨ ਮਾਤਾ ਗੁਜਰ ਕੌਰ ਜੀ ਬੱਚਿਆਂ ਦੀਆਂ ਗੱਲਾਂ ਜਦੋਂ ਸੁਣਦੇ ਆ ਨਾ, ਅਜੀਤ ਤੇ ਜੁਝਾਰ ਆਉਣਗੇ, ਅਸੀਂ ਰੁੱਸ ਜਾਣਾ ਹੈ, ਬੋਲਣਾ ਨਹੀਂ ਹੈ ਕਿਸੇ ਦੇ ਨਾਲ। ਸਾਨੂੰ ਜਦੋਂ ਮਨਾਉਣਗੇ ਅਸੀਂ ਫਿਰ ਉਹਨਾਂ ਤੋਂ ਵਾਅਦਾ ਲਵਾਂਗੇ ਵੀ ਦੁਬਾਰਾ ਤੁਸੀਂ ਇਹਨਾਂ ਸਾਨੂੰ ਛੱਡ ਕੇ ਨਹੀਂ ਜਾਓਗੇ, ਵਾਅਦਾ ਲਵਾਂਗੇ। ਤਾਂ ਗੱਲਾਂ ਸੁਣੀਆਂ ਤੇ ਦਰਦ ਅੰਦਰੋਂ ਨਿਕਲਿਆ ਧੰਨ ਮਾਤਾ ਗੁਜਰ ਕੌਰ ਜੀ ਦੇ। ਕਵੀ ਨੇ ਬੜਾ ਸੋਹਣਾ ਲਿਖਿਆ, ਆਓ ਆਪਾਂ ਪੜ੍ਹ ਲਈਏ। ਆਹ ਕਵਿਤਾ ਦੇ ਰਾਹੀਂ ਧੰਨ ਮਾਤਾ ਗੁਜਰ ਕੌਰ ਜੀ ਦੇ ਅੰਦਰਲੇ ਦਰਦ ਨੂੰ ਮਹਿਸੂਸ ਕਰੀਏ। ਭਾਵੇਂ ਉਹ ਚੜ੍ਹਦੀ ਕਲਾ ਵਿੱਚ ਨੇ, ਪਰ ਫਿਰ ਵੀ ਉਹਨਾਂ ਦੇ ਦਰਦ ਨੂੰ ਆਪਾਂ ਮਹਿਸੂਸ ਕਰਕੇ ਵੇਖੀਏ, ਕਿਵੇਂ ਉਹਨਾਂ ਨੇ ਐਡਾ ਵੱਡਾ ਦਰਦ ਆਪਣੇ ਹਿਰਦੇ ਵਿੱਚ ਸਮੋ ਲਿਆ, ਕਿਵੇਂ ਉਹ ਚੜ੍ਹਦੀ ਕਲਾ ਵਿੱਚ ਹਨ। ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ। ਹਵਾ ਨਾਲ ਹੀ ਗੱਲਾਂ ਕਰਦੇ ਨੇ, ਅੰਦਰਲੇ ਮਨ ਦੇ ਨਾਲ, ਬੋਲਦੇ ਨਹੀਂ ਕੁਝ। ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ, ਕਿੱਧਰ ਗਿਆ ਮੇਰਾ ਲਾਲ ਨੀ, ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ, ਘੜੀ ਮੁੜੀ ਕਰਦੇ ਸਵਾਲ ਨੀ, ਹਾਂ ਕਿੱਧਰ ਗਿਆ ਮੇਰਾ ਲਾਲ ਨੀ। ਅੰਦਰਲੇ ਮਨ ਦੇ ਨਾਲ ਮਾਤਾ ਗੁਜਰ ਕੌਰ ਜੀ ਗੁਰਮੁਖ ਪਿਆਰਿਓ ਹਵਾ ਨਾਲ ਹੀ ਗੱਲਾਂ ਕਰਦੇ ਆ, ਤੂੰ ਹੀ ਦੱਸ ਦੇ ਮੇਰਾ ਲਾਲ ਕਿੱਥੇ ਹੈ। ਮੈਥੋਂ ਵਾਰ-ਵਾਰ ਪੁੱਛਦੇ ਨੇ ਕਦੋਂ ਆਉਣਗੇ ਅਜੀਤ ਤੇ ਜੁਝਾਰ ਸਾਡੇ ਗੁਰੂ ਪਿਤਾ ਜੀ, ਕਦੋਂ ਉਹ ਆ ਕੇ ਸਾਨੂੰ ਮਿਲਣਗੇ। ਮੈਥੋਂ ਵਾਰ-ਵਾਰ ਇਹ ਪੁੱਛ ਰਹੇ ਨੇ, ਤੂੰ ਹੀ ਦੱਸ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ, ਤੂੰ ਹੀ ਦੱਸ ਇਹਨਾਂ ਨੂੰ ਕੀ ਜਵਾਬ ਦੇਵਾਂ। ਮੇਰੀ ਹਾਲਤ ਤੇ ਇਹ ਹੈ, ਇਹਨਾਂ ਨੂੰ ਛੋਟੇ ਛੋਟਿਆਂ ਨੂੰ, ਗੋਦੀ ਦੇ ਲਾਲਾਂ ਨੂੰ ਮੇਰੀ ਧੀ ਜੀਤੋ ਮੇਰੀ ਝੋਲੀ ਵਿੱਚ ਪਾ ਗਈ ਸੀ, ਮੈਂ ਤਾਂ ਇਹਨਾਂ ਨੂੰ ਝਿੜਕ ਕੇ ਰੋਕ ਵੀ ਨਹੀਂ ਸਕਦੀ। ਜਿਵੇਂ ਕੋਈ ਬੱਚਾ ਸਾਧ ਸੰਗਤ ਖੇੜੀ ਪੈ ਜਾਵੇ ਗੱਲ ਦੇ, ਆਪਾਂ ਝਿੜਕ ਕੇ ਰੋਕ ਦਿੰਨੇ ਆ ਨਾ, ਮੈਂ ਤਾਂ ਝਿੜਕ ਵੀ ਨਹੀਂ ਦੇ ਸਕਦੀ। ਝਿੜਕ ਮਾਰ ਕੇ ਇਹਨਾਂ ਨੂੰ ਮੈਂ ਚੁੱਪ ਵੀ ਨਹੀਂ ਕਰਾ ਸਕਦੀ। ਕਿਉਂ? ਕਿਉਂਕਿ ਇਹ ਮਾਂ ਵਾਰੇ ਨੇ, ਮੈਂ ਇਹਨਾਂ ਨੂੰ ਝਿੜਕ ਕੇ ਰੋਕ ਨਹੀਂ ਸਕਦੀ। ਝਿੜਕਾਂ ਨਾ ਮਾਰ ਸਕਾਂ, ਚੁੱਪ ਵੀ ਕਰਾਵਾਂ ਨਾ, ਲਾਰੇ ਲਾ ਕੇ ਵਕਤ ਗੁਜ਼ਾਰਦੀ। ਜਿੱਦ ਕਰਦੇ ਨੇ ਦੋਨੋਂ, ਆਖਦੇ ਨੇ ਵਾਰ ਵਾਰ, ਜਿੱਦ ਕਰਦੇ ਨੇ ਦੋਨੋਂ, ਆਖਦੇ ਨੇ ਵਾਰ ਵਾਰ, ਗੱਲ ਕਰ ਅਜੀਤ ਤੇ ਜੁਝਾਰ ਦੀ। ਮਿਲਾਂਗੇ ਜ਼ਰੂਰ ਅਸੀਂ, ਝੂਠੀ ਮੂਠੀ ਹੌਸਲਾ ਦੇ, ਗੱਲੀ ਬਾਤੀ ਰਹੀਆਂ ਮੈਂ ਟਾਲਨੀ, ਹਾਂ ਕਿੱਧਰ ਗਿਆ ਮੇਰਾ ਲਾਲ ਨੀ, ਕਿੱਧਰ ਗਿਆ ਮੇਰਾ ਲਾਲ ਨੀ। ਸਰਸਾ ਤੋਂ ਵੱਖ ਹੋ ਕੇ ਰਹੇ ਨੇ ਉਡੀਕ ਦੇ ਕੇ, ਵੱਡੇ ਵੀਰ ਆਪੇ ਲੱਭ ਲੈਣਗੇ, ਆਉਣਗੇ ਜ਼ਰੂਰ ਸਾਨੂੰ
ਕਰਦੇ ਪਿਆਰ ਬੜਾ, ਸਾਡੇ ਤੋਂ ਬਿਨਾ ਉਹ ਕਦ ਰਹਿਣਗੇ। ਆਉਣਗੇ ਜ਼ਰੂਰ ਸਾਨੂੰ, ਕਰਦੇ ਪਿਆਰ ਬੜਾ, ਸਾਡੇ ਤੋਂ ਬਿਨਾ ਉਹ ਕਦ ਰਹਿਣਗੇ। ਦੂਰ ਦੂਰ ਤੱਕ ਰਹੇ, ਪਿੱਛੇ ਮੋੜ ਵੇਖਦੇ ਸੀ। ਦੂਰ ਦੂਰ ਤੱਕ ਰਹੇ, ਪਿੱਛੇ ਮੋੜ ਵੇਖਦੇ ਸੀ। ਤੁਰੇ ਆਉਂਦੇ ਦੋਨੋਂ ਮੇਰੇ ਲਾਲ ਨੀ, ਕਿੱਧਰ ਗਿਆ ਮੇਰਾ ਲਾਲ ਨੀ। ਥੱਕੇ ਹਾਰੇ ਸੌਂਗੇ ਦੋਨੋਂ, ਮਨ ਵਿੱਚ ਆਸ ਲਾ ਕੇ, ਕੱਲ ਤੱਕ ਸਾਰੇ ਮਿਲ ਜਾਵਾਂਗੇ। ਥੱਕੇ ਹਾਰੇ ਸੌਂਗੇ ਦੋਨੋਂ, ਮਨ ਵਿੱਚ ਆਸ ਲਾ ਕੇ, ਕੱਲ ਤੱਕ ਸਾਰੇ ਮਿਲ ਜਾਵਾਂਗੇ। ਆਖਦੇ ਸੀ ਮਿਲਾਂਗੇ ਸਵੇਰੇ ਜਾ ਕੇ ਸਾਰਿਆਂ ਨੂੰ, ਰੁੱਸ ਰੁੱਸ ਸਭ ਨੂੰ ਸਤਾਵਾਂਗੇ। ਏਕ ਹੀ ਭਲਾ ਗੱਲ ਹੋਈ, ਏਕ ਹੀ ਭਲਾ ਗੱਲ ਹੋਈ, ਭੁੱਲ ਗਏ ਉਹ ਛੋਟਿਆਂ ਨੂੰ, ਬੋਲਣਾ ਅਸੀਂ ਨੀ ਕਿਸੇ ਨਾਲ ਨੀ। ਕਿੱਧਰ ਗਿਆ ਮੇਰਾ ਲਾਲ ਨੀ। ਦੱਸ ਨੀ ਹਵਾਏ ਮੈਨੂੰ, ਦੇ ਨੀ ਸੁਨੇਹਾ ਕੋਈ। ਦੱਸ ਨੀ ਹਵਾਏ ਮੈਨੂੰ, ਦੇ ਨੀ ਸੁਨੇਹਾ ਕੋਈ। ਕਿੱਧਰ ਗਿਆ ਮੇਰਾ ਲਾਲ ਨੀ, ਕਿੱਧਰ ਗਿਆ ਮੇਰਾ ਲਾਲ ਨੀ। ਦੇਵਾਂ ਕੀ ਜਵਾਬ ਮੈਨੂੰ, ਪੁੱਛਦੇ ਨੇ ਲਾਲ ਦੋਵੇਂ। ਦੇਵਾਂ ਕੀ ਜਵਾਬ ਮੈਨੂੰ, ਪੁੱਛਦੇ ਨੇ ਲਾਲ ਦੋਵੇਂ। ਘੜੀ ਮੁੜੀ ਕਰਦੇ ਸਵਾਲ ਨੀ, ਘੜੀ ਮੁੜੀ ਕਰਦੇ ਸਵਾਲ ਨੀ। ਕਿੱਧਰ ਗਿਆ ਮੇਰਾ ਲਾਲ ਨੀ, ਕਿੱਧਰ ਗਿਆ ਮੇਰਾ ਲਾਲ ਨੀ। ਦੱਸ ਨੀ ਹਵਾਏ ਕੋਈ, ਦੇ ਨੀ ਸੁਨੇਹਾ ਮੈਨੂੰ, ਕਿੱਧਰ ਗਿਆ ਮੇਰਾ ਲਾਲ ਨੀ। ਦੇਵਾਂ ਕੀ ਜਵਾਬ ਮੈਨੂੰ, ਪੁੱਛਦੇ ਨੇ ਲਾਲ ਦੋਵੇਂ। ਘੜੀ ਮੂੜੀ ਕਰਦੇ ਸਵਾਲ ਨੀ, ਤੂੰ ਹੀ ਦੱਸ ਇਹਨਾਂ ਨੂੰ ਕੀ ਜਵਾਬ ਦੇਵਾਂ। ਕੀ ਹੋਇਆ ਕੀ ਹੋਣਾ, ਵਾਰ ਵਾਰ ਮੈਨੂੰ ਪੁੱਛਦੇ ਨੇ, ਤੂੰ ਹੀ ਦੱਸ ਇਹਨਾਂ ਨੂੰ ਕੀ ਜਵਾਬ ਦੇਵਾਂ। ਗੁਰਮੁਖ ਪਿਆਰਿਓ, ਅੰਦਰਲੇ ਦਰਦ ਨੂੰ ਮਹਿਸੂਸ ਕਰੀਏ। ਕੀ ਬੀਤਦੀ ਹੋਣੀ ਹੈ 80-82 ਸਾਲ ਦੀ ਉਸ ਮਾਤਾ ਦੇ ਦਿਲ ਤੇ। ਛੋਟੇ ਛੋਟੇ ਪੋਤਰੇ ਨੇ, ਦੁਨੀਆਦਾਰੀ ਦੀ ਕੋਈ ਸਮਝ ਵੀ ਨਹੀਂ ਹੈ। ਭਾਵੇਂ ਮਨ ਚੜ੍ਹਦੀ ਕਲਾ ਵਿੱਚ ਹੈ, ਪੁੱਤ ਕੋਲੋਂ ਵਿਛੜ ਗਿਆ ਹੈ। ਸਾਧ ਸੰਗਤ ਛੱਪਰੀ ਵਿੱਚ ਬੈਠੇ ਨੇ, ਮਹਿਲਾਂ ਵਾੜੀਆਂ ਵਿੱਚ ਰਹਿਣ ਵਾਲੇ। ਸਤਪੋ ਦੀ ਇਹ ਰਾਤ ਗੁਰਮੁਖ ਪਿਆਰਿਓ, ਬਾਬਾ ਕੁੰਮਾ ਮਾਸ਼ਕੀ ਜੀ ਦੀ ਸੰਨ, ਜਿੱਥੇ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਗੁਰਦੁਆਰਾ ਸਾਹਿਬ ਬਣਿਆ ਹੈ, ਯਾਦ ਬਣੀ ਹੈ ਪਿਆਰਿਓ। ਪਰਿਵਾਰ ਵਿਛੋੜਾ ਅਸਥਾਨ, ਉਦੋਂ ਅੱਗੇ ਜਾ ਕੇ ਛੰਨ ਬਾਬਾ ਕੁੰਮਾ ਮਾਸ਼ਕੀ ਜੀ। ਸਾਧ ਸੰਗਤ ਜੀ, ਇੱਥੇ ਸਤਪੋ ਦੀ ਰਾਤ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਗੁਜ਼ਾਰੀ। ਇੱਥੇ ਪ੍ਰਸ਼ਾਦਾ ਮਿਲਿਆ, ਛਕਿਆ। ਸਾਧ ਸੰਗਤ ਜੀ, ਬਾਬਾ ਕੁੰਮਾ ਮਾਸ਼ਕੀ ਜੀ ਸਾਰੀ ਰਾਤ ਰੋਂਦੇ ਰਹੇ, ਸੇਵਾ ਕਰਦੇ ਰਹੇ। ਮਾਈ ਲక్ష్ਮੀ ਨੇ ਸੇਵਾ ਕੀਤੀ। ਸਾਧ ਸੰਗਤ ਜੀ, ਇਦੋਂ ਅੱਗੇ ਦਾ ਇਤਿਹਾਸ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ। ਗੰਗੂ ਪਾਪੀ ਕਿਵੇਂ ਮਿਲਦਾ ਹੈ, ਗੰਗਾ ਰਾਮ ਬ੍ਰਾਹਮਣ ਜੀ ਦਾ ਪੂਰਾ ਨਾਂ ਸੀ। ਸਾਧ ਸੰਗਤ ਜੀ, ਉਹ ਮਿਲਦਾ ਹੈ 8 ਪੋਹ ਦੀ ਰਾਤ, ਉਹਦੇ ਘਰ ਸਾਹਿਬਜ਼ਾਦੇ ਗੁਜ਼ਾਰਦੇ ਨੇ। 9 ਪੋਹ ਦੀ ਰਾਤ
ਸਾਧ ਸੰਗਤ ਜੀ, ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਬਣਿਆ ਮੋਰਿੰਡੇ ਥਾਣੇ ਵਿੱਚ ਸਾਹਿਬਜ਼ਾਦੇ ਗੁਜ਼ਾਰਦੇ ਨੇ, ਆਉਣ ਵਾਲੇ ਸਮੇਂ ਵਿੱਚ ਆਪਾਂ ਸਾਰਾ ਜ਼ਿਕਰ ਕਰਾਂਗੇ। ਅੱਜ ਦਾ ਸਮਾਂ ਇੱਥੇ ਸਮਾਪਤ ਹੈ। ਅੱਜ ਆਪਾਂ ਵਿਚਾਰਿਆ ਬੀਬੀ ਸ਼ਰਨ ਕੌਰ ਜੀ ਨੇ ਕਿਵੇਂ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ। ਸਾਧ ਸੰਗਤ ਜੀ, ਸ਼ਸਤਰਾਂ ਵਸਤਾਂ ਦੀ ਮਹੱਤਤਾ ਨੂੰ ਸਮਝਿਆ ਅਤੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਕਿੱਥੇ ਗੁਜ਼ਾਰੀ, ਇਹ ਆਪਾਂ ਵਿਚਾਰਿਆ ਹੈ। ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਨੰਦ ਸਾਹਿਬ ਦੇ ਜਾਪਦੇ ਸਾਰੇ ਬੋਲਣ ਦੀ ਕਿਰਪਾਲਤਾ ਕਰਿਓ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਿਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੂਤਾਂ ਗਾਵੋ ਹਰੀ ਕੇ ਰਾਹ, ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰੇ ਆਤੋਂ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ। ਜਿਸਨੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ। ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਚ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ 부ਝਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਚਿਤ ਕਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਮੈਂ ਸੁਕੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਥੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਨ ਸਰਾਧ ਹੋਏ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ। ਧਰਮੀ ਆਪੋ ਆਪਨੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਸੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।